प्रेज द लॉर्ड। परमेश्वर ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਜੈ ਮਸੀਹ ਦੀ। ਅੱਜ ਆਪਾਂ ਪਰਮੇਸ਼ਰ ਦਾ ਵਚਨ ਲੈ ਕੇ ਇੱਕ ਵਾਰੀ ਫੇਰ ਇਕੱਠੇ ਹੋਏ ਹਾਂ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਇੱਕ ਵਾਰੀ ਫੇਰ ਆਪਾਂ ਨੂੰ ਅਲਾਓ ਕੀਤਾ ਕਿ ਆਪਾਂ ਮਿਲ ਸਕੀਏ, ਇਕੱਠੇ ਹੋ ਸਕੀਏ, ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਦੇਖ ਸਕੀਏ ਤੇ ਸਾਂਝਾ ਕਰ ਸਕੀਏ। ਆਮੇਨ, ਹਾਲੇਲੂਇਆ। ਜਿਹੜਾ ਅੱਜ ਦਾ ਵਚਨ ਹੈਗਾ ਆ ਉਸ ਦਾ ਟਾਈਟਲ ਹੈਗਾ ਆ ਪ੍ਰੇਜ਼ ਦ ਲॉर्ड ਓ ਮਾਈ ਸੋਲ। ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ। ਆਮੇਨ, ਹਾਲੇਲੂਇਆ। ਤੇ ਆਪਾਂ ਨੂੰ ਪਤਾ ਆ ਕਿ ਜਿਹੜਾ ਹਿਊਮਨ ਬੋਡੀ ਜਾਂ ਹਿਊਮਨ ਜਿਹੜਾ ਹੈਗਾ ਆ ਉਹ ਤਿੰਨ ਚੀਜ਼ਾਂ ਤੋਂ ਬਣਿਆ ਆ, ਬੋਡੀ, ਸਪਿਰਿਟ ਤੇ ਸੋਲ, ਹੈ ਨਾ। ਤੇ ਉਸ ਦੇ ਵਿੱਚ ਆਪਾਂ ਅੱਜ ਸੋਲ ਦੀ ਗੱਲ ਕਰ ਰਹੇ ਹੈਗੇ ਆ। ਆਪਾਂ ਕਹਿ ਰਹੇ ਹੈਗੇ ਨਾ ਪ੍ਰੇਜ਼ ਦ ਲॉर्ड ਓ ਮਾਈ ਸੋਲ। ਤੇ ਆਪਾਂ ਜੇ ਸੋਲ ਦੀ ਗੱਲ ਕਰ ਰਹੇ ਹੈਗੇ ਤੇ ਸੋਲ ਦੇ ਵਿੱਚ ਵੀ ਤਿੰਨ ਚੀਜ਼ਾਂ ਆਉਂਦੀਆਂ ਨੇ। ਹੈਗਾ ਆ ਇਮੋਸ਼ਨਸ, ਇੰਟੈਲੈਕਟ ਤੇ ਆਪਣੀ ਵਿਲ ਪਾਵਰ ਜਿਹੜੀ ਹੈਗੀ ਆਪਣੀ ਵਿਲ, ਹੈ ਨਾ। ਤੇ ਆਪਾਂ ਵਿਲ ਦੀ ਅੱਜ ਗੱਲ ਕਰਾਂਗੇ ਵੀ ਕਿੱਦਾਂ ਪਰਮੇਸ਼ਵਰ ਨੇ ਜਿਹੜੀ ਆਪਣੀ ਵਿਲ, ਆਪਣੀ ਮਰਜ਼ੀ ਆ ਜਿਹੜੀ ਉਹ ਆਪਣੇ ਹੱਥ ਦੇ ਵਿੱਚ ਦਿੱਤੀ ਹੋਈ ਆ, ਤਾਂ ਕਰਕੇ ਜੋ ਵੀ ਆਪਾਂ ਕੁਝ ਕਰੀਏ ਉਹ ਆਪਾਂ ਆਪਣੀ ਮਰਜ਼ੀ ਦੇ ਨਾਲ ਕਰ ਸਕਦੇ ਆ, ਹੈ ਨਾ। ਇਹ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਆ ਕਿ ਇਹ ਸ਼ੁਰੂ ਹੀ ਕਿੱਥੋਂ ਹੁੰਦਾ ਆ, ਜਿੱਦਣ ਆਪਾਂ ਆਪਣਾ ਦਿਲ ਖੋਲਿਆ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਸਵੀਕਾਰ ਕਰਨ ਦੇ ਲਈ। ਤੇ ਪਰਮੇਸ਼ਵਰ ਦਾ ਵਚਨ ਕਹਿੰਦਾ ਆ, ਪਰਮੇਸ਼ਵਰ ਦਾ ਵਚਨ ਰੋਮਨ 10 ਦੇ 9 ਤੇ 10 ਦੇ ਵਿੱਚ ਕਹਿੰਦਾ ਆ ਕਿ यदि तुम अपने मुंह से कहो यीशु मसीह मेरा प्रभु है, तो अपने मन में यह विश्वास करो कि परमेश्वर ने उसे मरे हुओं में से जीवित किया, तो तेरा उद्धार हो जाएगा। कि यदि तुम अपने मूँह से कहो, है ना, कि तुसी अपनी मर्जी दे नाल ਇਹ ਗੱਲ ਕਹਿਣੀ ਆ। ਤੇ ਆਪਾਂ ਨੂੰ ਪਤਾ ਹੈ ਆਪਣੇ ਪਰਮੇਸ਼ਵਰ ਯਿਸੂ ਮਸੀਹ ਜੀ ਧੱਕਾ ਨਹੀਂ ਕਰਦੇ, ਜ਼ੋਰ ਨਹੀਂ ਲਾਉਂਦੇ। ਉਹ ਆਪਾਂ ਨੂੰ ਉਹਨਾਂ ਨੇ ਆਪਣੀ ਚੋਇਸ ਦਿੱਤੀ ਹੋਈ ਆ ਕਿ ਆਪਾਂ ਆਪਣੀ ਮਰਜ਼ੀ ਦੇ ਨਾਲ ਜੇ ਆਪਾਂ ਕਹਿੰਦੇ ਆ ਕਿ ਹਾਂਜੀ ਕਿ ਆਈ ਬਲੀਵ ਕਿ ਮੈਂ ਪਰਮੇਸ਼ਵਰ 'ਚ ਵਿਸ਼ਵਾਸ ਕਰਦਾ ਆ, ਮੈਂ ਵਿਸ਼ਵਾਸ ਕਰਦਾ ਆ ਕਿ ਉਹ ਮੁਰਦਿਆਂ ਤੋਂ ਜੀ ਉੱਠੇ, ਹੈ ਨਾ, ਤੇ ਮੈਂ ਆਪਣਾ ਦਿਲ ਖੋਲਦਾ ਆ, ਉਹਨਾਂ ਨੂੰ ਮੁਕਤੀ ਦਾਤਾ ਸਵੀਕਾਰ ਕਰਦਾ ਆ, ਤਾਂ ਉਹ ਆਪਣੇ ਦਿਲ ਦੇ ਵਿੱਚ ਆਉਂਦੇ ਨੇ। ਤੇ ਆਪਣੀ ਜਿਹੜੀ ਵਿਲ ਪਾਵਰ ਆ ਉਹ ਇੰਨੀ ਤਾਕਤਵਰ ਆ। ਕਿਸੇ ਨੇ ਕਿਹਾ ਆ ਕਿ ਜਿਹੜੀ ਵਿਲ ਪਾਵਰ ਆ ਉਹ ਇਦਾਂ ਦਾ ਇੱਕ ਮਸਲ ਹੈਗਾ ਆ ਕਿ ਉਹਨੂੰ ਜਿੰਨਾ ਜ਼ਿਆਦਾ ਯੂਜ਼ ਕਰੋ ਉਹ ਓਨੀ ਹੋਈ ਤਕੜੀ ਹੁੰਦੀ ਆ। ਪਰ ਹੁਣ ਇਹ ਆਪਣੇ ਤੇ ਡਿਪੈਂਡ ਕਰਦਾ ਆ ਕਿ ਆਪਾਂ ਉਸ ਨੂੰ ਪੋਜ਼ਿਟਿਵਲੀ ਯੂਜ਼ ਕਰ ਰਹੇ ਹੈਗੇ ਆ ਕਿ ਆਪਾਂ ਉਸ ਨੂੰ ਨੈਗੇਟਿਵ ਚੀਜ਼ਾਂ ਦੇ ਵਿੱਚ ਯੂਜ਼ ਕਰ ਰਹੇ ਹਾਂ ਨਾ। ਇਹ ਮਰਜ਼ੀ ਪਰਮੇਸ਼ਵਰ ਨੇ ਆਪਣੇ ਹੱਥ ਦੇ ਵਿੱਚ ਦਿੱਤੀ ਆ। ਤੇ ਆਪਾਂ ਨੂੰ ਹੁਣ ਜਦੋਂ ਆਪਾਂ ਪਰਮੇਸ਼ਵਰ ਨੂੰ ਜਾਣਦੇ ਆ, ਪਰਮੇਸ਼ਵਰ ਦਾ ਰੂਹ ਆਪਣੇ ਦਿਲ ਦੇ ਵਿੱਚ ਆ ਤੇ ਉਹ ਪਰਮੇਸ਼ਵਰ ਦਾ ਰੂਹ ਗਵਾਹੀ ਦਿੰਦਾ ਆ। ਜਦੋਂ ਆਪਾਂ ਕੁਝ ਕਰਨ ਜਾਂਦੇ ਆ ਤੇ ਉਹ ਆਪਾਂ ਨੂੰ ਦੱਸਦਾ ਆ ਕਿ ਬਈ ਭਾਈ ਬਚ ਕੇ, ਇਹ ਰਾਹ ਠੀਕ ਨਹੀਂਗਾ, ਉਧਰ ਨੂੰ ਤੂੰ ਨਾ ਜਾ, ਉਹ ਚੀਜ਼ ਤੂੰ ਨਾ ਕਰ, ਇਹ ਪਾਪ 'ਚ ਤੂੰ ਨਾ ਡਿੱਗ। ਪਰਮੇਸ਼ਵਰ ਦਾ ਰੂਹ ਆਪਾਂ ਨੂੰ ਦੱਸਦਾ ਆ। ਪਰ ਹਾਂ ਆਪਾਂ ਕਮਜ਼ੋਰ ਹੈਗੇ ਆ, ਕਈ ਵਾਰੀ ਆਪਾਂ ਇੱਕਦਮ ਰਿਐਕਟ ਕਰਦੇ ਆ ਤੇ ਕਈ ਵਾਰੀ ਆਪਾਂ ਨੂੰ ਹੋ ਜਾਂਦਾ ਵੀ ਚਲੋ ਦੈਟਸ ਓਕੇ, ਹੈ ਨਾ, ਚਲੋ ਕੋਈ ਨਹੀਂ। ਪਰ ਪਰਮੇਸ਼ਵਰ ਨੇ ਇਹ ਸ਼ਕਤੀ ਆਪਾਂ ਨੂੰ ਦਿੱਤੀ ਆ, ਤਾਂ ਕਰਕੇ ਅੱਜ ਆਪਾਂ ਇਹੀ ਗੱਲਬਾਤ ਕਰਦੇ ਆ ਕਿ ਆਪਾਂ ਕੀ ਕਰੀਏ, ਆਪਾਂ ਜਿਹੜੀ ਆਪਣੀ ਵਿਲ ਪਾਵਰ ਆ ਉਹਨੂੰ ਆਪਾਂ ਕਿੱਦਾਂ ਤਕੜਾ ਕਰੀਏ ਕਿ ਪੋਜ਼ਿਟਿਵ ਚੀਜ਼ਾਂ ਦੇ ਵਿੱਚ, ਪਰਮੇਸ਼ਵਰ ਦੇ ਵਿੱਚ ਆਪਾਂ ਹੋਰ ਅੱਗੇ ਵੱਧਦੇ ਜਾਈਏ। ਮੈਨ ਤੇ ਕਈ ਵਾਰੀ ਕੀ ਹੁੰਦਾ ਆ ਕਿ ਜਿਹੜੀ ਨੈਗੇਟਿਵ ਚੀਜ਼ਾਂ ਵੀ ਨੇ, ਜਿਹਦੀ ਆਪਣੀਆਂ ਇੱਛਾ ਦੇ ਨਾਲ, ਹਾਂ ਆਪਾਂ ਕਿਸੇ ਨੂੰ ਫੋਨ ਕੀਤਾ ਤੇ ਜਾ ਕੇ ਕਿਸੇ ਨੂੰ ਚੁਗਲੀਆਂ ਕਰ ਦਿੱਤੀਆਂ, ਹੈ ਨਾ। ਇਹਦੇ ਵਿੱਚ ਮਤਲਬ ਵੀ ਇਹ ਆਪਣੀ ਮੈਂ ਚਾਹਿਆ ਤਾਂ ਮੈਂ ਅਗਲੇ ਨੂੰ ਫੋਨ ਕੀਤਾ ਤੇ ਚੁਗਲੀਆਂ ਕਰ ਦਿੱਤੀਆਂ, ਹੈ ਨਾ। ਤੇ ਕੋਈ ਕਿਸੇ ਦੇ ਖਿਲਾਫ ਕਿਸੇ ਨੂੰ ਬੋਲ ਦਿੱਤਾ, ਕਿਸੇ ਦੇ ਖਿਲਾਫ ਕਿਸੇ ਨੂੰ ਭੜਕਾ ਦਿੱਤਾ। ਮੇਰੀ ਇੱਛਾ ਹੋਈ ਤਾਂ ਮੈਂ ਇਹ ਚੀਜ਼ ਕੀਤੀ। ਹਾਂਜੀ, ਮੈਨੂੰ ਵਚਨ ਪੜ੍ਹਨ ਨੂੰ ਟਾਈਮ ਨਹੀਂ ਲੱਗ ਰਿਹਾ, ਮੇਰੀ ਇੱਛਾ ਹੈ ਤੇ ਮੈਂ ਨਹੀਂ ਪੜ੍ਹ ਰਿਹਾ ਵਚਨ। ਦੁਆ ਆਪਾਂ ਕਰਨੀ ਚਾਹ ਰਹੇ ਹੈਗੇ ਆ ਪਰ ਆਪਾਂ ਕਹਿੰਦੇ ਆ ਉਹ ਦੁਆ ਨੂੰ ਟਾਈਮ ਹੀ ਨਹੀਂ ਲੱਗਦਾ। ਨਹੀਂ, ਇਹ ਵਿਲ ਪਾਵਰ ਆ। ਜੇ ਤੁਸੀਂ ਚਾਹੋ ਤਾਂ ਤੁਸੀਂ ਕਰ ਸਕਦੇ ਹੋ, ਹੈ ਨਾ। ਜੇ ਆਪਾਂ ਚਾਹੀਏ ਤਾਂ ਆਪਾਂ ਕਰ ਸਕਦੇ ਆ। ਪਰ ਇਹ ਵਿਲ ਪਾਵਰ ਆ ਕਿ ਨਹੀਂ ਹੋਇਆ ਨਹੀਂ। ਸੋ ਆਪਾਂ ਇਹ ਸਭ ਕੁਝ ਜਿਹੜਾ ਕੁਝ ਹੈਗਾ ਇਹ ਕਰਦੇ ਨਹੀਂਗੇ। ਇਹ ਜ਼ਰੂਰੀ ਆ ਕਿ ਆਪਾਂ ਮਨ ਬਣਾਈਏ ਕਿ ਜੋ ਆਪਾਂ ਕਰਨਾ ਆ ਉਹ ਆਪਾਂ ਕਰਨਾ ਆ। ਆਪਾਂ ਅੜ ਜਾਈਏ ਭਾਵੇਂ ਇੱਧਰਲੀ ਉੱਧਰ ਹੋ ਜਾਵੇ, ਆਪਾਂ ਕਹੀਏ ਵੀ ਨਹੀਂ ਹੁਣ ਮੈਂ ਆਹ ਮਨ ਬਣਾ ਲਿਆ ਕਿ ਮੈਂ ਰੋਜ਼ ਇਸ ਸਾਲ ਦੇ ਵਿੱਚ ਆਪਾਂ ਲਾ ਲਈਏ ਕਿ ਆਪਾਂ ਨਵੀਂ ਇੱਕ ਰੈਜ਼ੋਲੂਸ਼ਨ ਇਸ ਸਾਲ ਦੀ ਤਿਆਰ ਕਰ ਰਹੇ ਹੈਗੇ ਆ। ਬਹੁਤ ਆਪਾਂ ਬਣਾਉਂਦੇ ਹੈਗੇ ਰੈਜ਼ੋਲੂਸ਼ਨਸ, ਕਈ ਸਰੀਰਕ ਹੁੰਦੇ ਨੇ। ਸਭ ਤੋਂ ਵੱਧ ਕੇ ਤਾਂ ਆਪਾਂ ਕਹਿੰਦੇ ਹੁੰਦੇ ਆ ਵੀ ਜੀ ਭਾਰ ਘਟਾਉਣਾ ਆ, ਹੈ ਨਾ। ਤੇ ਕਈ ਵਾਰੀ 2 ਮਹੀਨੇ ਬਾਅਦ ਹੀ ਜਾ ਕੇ ਖਰਾਬ ਜਿਹਾ ਹੋ ਜਾਂਦਾ ਕੰਮ, ਨਹੀਂ
ਹੋ ਨਹੀਂ ਰਿਹਾ। ਤਾਂ ਪਰ ਬਹੁਤ ਲੋਕ ਇਦਾਂ ਦੇ ਵੀ ਹੈਗੇ ਨੇ ਵੀ ਬਿਲਕੁਲ ਖਰੇ ਉਤਰਦੇ ਨੇ, ਉਹਨਾਂ ਦੀ ਵਿਲ ਪਾਵਰ ਆ ਜਿਹੜੀ ਉਸ ਨੂੰ ਸਟਰੋਂਗ ਰੱਖਦੇ ਨੇ। ਉਦਾਂ ਹੀ ਆਪਾਂ ਹੁਣ ਜਿਹੜੀਆਂ ਰੂਹਾਨੀ ਚੀਜ਼ਾਂ ਨੇ ਉਹਦੇ ਵਿੱਚ ਵੀ ਆਪਾਂ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰੀਏ ਕਿ ਹਾਂਜੀ ਹੁਣ ਮੈਂ ਸੋਚਿਆ ਹੋਇਆ ਕਿ ਮੈਂ ਐਵਰੀ ਡੇ ਬੈਠ ਕੇ ਦੁਆ ਕਰਨੀ ਆ, ਤਾਂ ਮੈਂ ਦੁਆ ਕਰਨੀ ਆ ਭਾਵੇਂ ਕੁਛ ਵੀ ਹੋ ਜੇ। ਵਚਨ ਪੜ੍ਹਨਾ ਆ ਤਾਂ ਵਚਨ ਪੜ੍ਹਨਾ ਆ ਭਾਵੇਂ ਕੁਛ ਵੀ ਹੋ ਜਾਵੇ, ਹੈ ਨਾ। ਤੇ ਇਹ ਚੀਜ਼ਾਂ ਆਪਣੇ ਹੱਥ ਦੇ ਵਿੱਚ ਨੇ। ਪਰਮੇਸ਼ਵਰ ਨੇ ਇਹ ਚੀਜ਼ਾਂ ਪੂਰੀ ਤਰ੍ਹਾਂ ਦੇ ਨਾਲ ਆਪਣੇ ਹੱਥ ਦੇ ਵਿੱਚ, ਆਪਣੀ ਮਰਜ਼ੀ ਆਪਣੇ ਹੱਥ ਦੇ ਵਿੱਚ ਆ। ਜੇ ਕੁਛ ਆਪਾਂ ਗਲਤ ਕਰ ਰਹੇ ਆ, ਕਿਸੇ ਜਾ ਕੇ ਚੁਗਲੀਆਂ ਕਰ ਰਹੇ ਆ, ਆਪਣੇ ਹੱਥ 'ਚ ਇਹ ਮੇਰੀ ਮਰਜ਼ੀ ਹੋਈ ਤਾਂ ਮੈਂ ਇਹ ਕੀਤਾ। ਹਾਂ ਮੇਰੇ ਹੱਥ 'ਚ ਸੀ ਵੀ ਮੈਂ ਰੋਕ ਸਕਾਂ, ਮੈਂ ਕਹਾ ਨੋ ਨਹੀਂ ਕਰਨਾ ਤਾਂ ਬਸ ਨਹੀਂ ਕਰਨਾ, ਹੈ ਨਾ। ਸੋ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਇੱਕ ਸੇਇੰਗ ਹੈਗੀ ਆ, ਇਫ ਦੇयर इज अ विल देयर इज अ वे, ਹੈ ਨਾ। ਇੰਗਲਿਸ਼ ਦੇ ਵਿੱਚ ਇਹ ਸੇਇੰਗ ਹੈਗੀ ਆ ਕਿ ਜੇ ਤੁਹਾਡੀ ਮਰਜ਼ੀ ਆ ਤਾਂ ਤਰੀਕਾ ਜਾਂ ਰਾਹ ਵੀ ਨਿਕਲ ਜਾਊਗਾ। ਤੁਸੀਂ ਪਹਿਲਾਂ ਉਹਦੀ ਮਰਜ਼ੀ ਤੇ ਪੱਕੇ ਉਤਰੋ ਕਿ ਹਾਂ ਇਹ ਮੇਰੀ ਮਰਜ਼ੀ ਆ ਤੇ ਇਹ ਮੈਂ ਇਦਾਂ ਹੀ ਕਰਨਾ ਆ। ਆਪੇ ਕੋਈ ਨਾ ਕੋਈ ਤਰੀਕਾ ਵੀ ਤੁਸੀਂ ਬਣਾ ਹੀ ਲਓਗੇ। ਤੁਸੀਂ ਦੇਖੋਗੇ ਕਈ ਵਾਰੀ ਜਦੋਂ ਆਪਾਂ ਕੁਝ ਕਰਨਾ ਹੁੰਦਾ ਜਾਂ ਕਿਤੇ ਜਾਣਾ ਹੁੰਦਾ, ਆਪਾਂ ਨੂੰ ਵੀ ਉਹੀ ਓਨਾ ਹੀ ਟਾਈਮ ਆ ਆਪਣੇ ਕੋਲੇ ਜਿੰਨਾ ਆਪਣੇ ਕੋਲੇ ਕਹਿ ਲਓ ਵੀ ਵਚਨ ਪੜ੍ਹਨ ਨੂੰ ਆ ਜਾਂ ਪ੍ਰੇਅਰ ਕਰਨ ਨੂੰ ਆ। ਪਰ ਜਦੋਂ ਕਿਤੋਂ ਵਿੱਚ ਦੀ ਕੋਈ ਬਰਥਡੇ ਪਾਰਟੀ ਨਿਕਲੇ ਹੁੰਦੀ ਆ ਵੀ ਉਹ ਕਿਸੇ ਦੇ ਘਰੇ ਬਰਥਡੇ ਪਾਰਟੀ ਆ ਵੀ ਤੁਹਾਨੂੰ ਜਾਣਾ ਹੀ ਪੈਣਾ, ਆਪਾਂ ਜਾਂਦੇ ਆ ਨਾ, ਆਪਾਂ ਆਪਣੇ ਮਨ ਨੂੰ ਕਹਿ ਲਓ ਵੀ ਕਹਿੰਦੇ ਆ ਵੀ ਨਹੀਂ ਇਹ ਤਾਂ 2 ਘੰਟੇ ਜਾਣਾ ਹੀ ਪੈਣਾ। ਉਦਾਂ ਹੀ ਕਿਉਂਕਿ ਆਪਣੀ ਮਰਜ਼ੀ ਹੋਈ ਤਾਂ ਆਪਾਂ ਜਾ ਰਹੇ ਹਾਂ, ਹੈ ਨਾ। ਉਦਾਂ ਹੀ ਜਿਹੜਾ ਪਰਮੇਸ਼ਵਰ ਦਾ ਵਚਨ ਆ ਜਾਂ ਪਰਮੇਸ਼ਵਰ ਦੀਆਂ ਗੱਲਾਂ ਨੇ ਜੋ ਪਰਮੇਸ਼ਵਰ ਦੀ ਵਚਨ 'ਚ ਬੈਠ ਕੇ ਡੂੰਘਾਈ 'ਚ ਜਾਣਾ, ਉਦਾਂ ਹੀ ਜੇ ਆਪਾਂ ਚਾਹੀਏ ਤਾਂ ਆਪਾਂ ਟਾਈਮ ਕੱਢ ਸਕਦੇ ਆ, ਆਪਾਂ ਕਰ ਸਕਦੇ ਆ ਜੇ ਇਹ ਆਪਣੀ ਇੱਛਾ ਦੇ ਵਿੱਚ ਹੈ ਤਾਂ। ਇਹੀ ਹੁਣ ਜ਼ਰੂਰੀ ਆ ਆਪਣੇ ਦਿਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਇੰਨੀਆਂ ਸੋਚਾਂ ਆਉਂਦੀਆਂ ਨੇ ਤੇ ਕਿੰਨੀਆਂ ਸੋਚਾਂ ਉਹਦੇ ਚੋਂ ਨੈਗੇਟਿਵ ਹੁੰਦੀਆਂ ਨੇ। ਆਪਣਾ ਦਿਮਾਗ ਕਹਿੰਦਾ ਆ ਉਹ ਮੈਂ ਤਾਂ ਬਹੁਤ ਅੱਜ ਥੱਕਿਆ ਹੋਇਆ ਆ, ਮੈਂ ਬਹੁਤ ਕਮਜ਼ੋਰ ਆ। ਫਿਰ ਕਈ ਵਾਰੀ ਆਪਾਂ ਆਪਣੇ ਆਪ ਨੂੰ ਵਿਚਾਰਾ ਜਿਹਾ ਕਰ ਦਿੰਨੇ ਆ ਵੀ ਮੇਰੇ ਤੋਂ ਕਿੱਥੇ ਹੋਣਾ ਆ, ਇਹ ਕੰਮ ਤਾਂ ਮੇਰੇ ਤੋਂ ਤਾਂ ਨਹੀਂ ਹੋਣੇ। ਇਹ ਕੰਮ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਇਹ ਨੈਗੇਟਿਵ ਕਹੀ ਜਾਓਗੇ ਵੀ ਮੇਰੇ ਤੋਂ ਨਹੀਂ ਹੋਣੇ ਤਾਂ ਫਿਰ ਤੋਂ ਨਹੀਂ ਹੋਣੇ। ਜੇ ਆਪਾਂ ਕਹਾਂਗੇ ਵੀ ਵਾਹ ਹੋਣਾ ਤਾਂ ਨਹੀਂਗਾ ਪਰ ਮੈਂ ਇਹ ਟਰਾਈ ਪੂਰੀ ਕਰਨੀ ਆ ਤੇ ਮੈਂ ਇਹਨੂੰ ਕਰਕੇ ਛੱਡਣਾ ਆ, ਜੋ ਵੀ ਕੋਈ ਕੰਮ ਆ ਤਾਂ ਇਹ ਕੰਮ ਆ ਜਿਹੜਾ ਇਹ ਹੋ ਹੀ ਜਾਣਾ। ਕਈ ਲੋਕ ਡਿਪਰੈਸ਼ਨ 'ਚ ਪਏ ਨੇ ਕਿਉਂਕਿ ਉਹ ਆਪਦੀਆਂ ਦਿਮਾਗ 'ਚ ਜਿਹੜੀਆਂ ਸੋਚਾਂ, ਮਿਲੀਅਨ ਸੋਚਾਂ ਇੱਕ ਦਿਨ 'ਚ ਆਉਂਦੀਆਂ ਨੇ, ਉਹ ਬੈਠੇ ਨੇ, ਉਹ ਕਿਸੇ ਨਾਲ ਬੋਲ ਨਹੀਂ ਰਹੇ, ਗੱਲਬਾਤ ਨਹੀਂ ਕਰ ਰਹੇ, ਕੋਈ ਹੋਰ ਨਹੀਂ ਆ ਰਿਹਾ ਬਾਹਰੋਂ ਉਹਨਾਂ ਨੂੰ ਡਿਪਰੈਸ਼ਨ 'ਚ ਪਾਉਣ ਨੂੰ ਜਾਂ ਉਹਨਾਂ ਨੂੰ ਡਾਊਨ ਫੀਲ ਕਰਾਉਣ ਨੂੰ। ਨਾ, ਉਹ ਆਪਣੇ ਆਪ 'ਚ ਹੀ ਜਿਹੜਾ ਡਿਪਰੈਸ਼ਨ, ਜਿਹੜੀਆਂ ਸੋਚਾਂ ਨੇ ਉਹਨਾਂ ਦੇ ਨਾਲ ਉਹ ਡਿਪਰੈਸ਼ਨ ਬੰਦੇ ਦਾ ਵੱਧਦਾ ਜਾਂਦਾ ਆ। ਤਾਂ ਕਰਕੇ ਇਹ ਜ਼ਰੂਰੀ ਆ ਕਿ ਆਪਾਂ ਆਪਣੀ ਵਿਲ ਪਾਵਰ ਤੇ ਕੰਟਰੋਲ ਪਾਈਏ ਤੇ ਆਪਾਂ ਝਿੜਕੀਏ ਉਹਨਾਂ ਸੋਚਾਂ ਨੂੰ ਜਿਹੜੀਆਂ ਆਪਾਂ ਨੂੰ ਪਰਮੇਸ਼ਵਰ ਤੋਂ ਦੂਰ ਲੈ ਕੇ ਜਾ ਰਹੀਆਂ ਨੇ, ਜਿਹੜੀਆਂ ਆਪਾਂ ਨੂੰ ਪਰਮੇਸ਼ਵਰ ਤੋਂ ਪਾਸੇ ਲਿਜਾ ਰਹੀਆਂ ਨੇ, ਜਿਹੜੀਆਂ ਆਪਾਂ ਨੂੰ ਕਮਜ਼ੋਰ ਕਰ ਰਹੀਆਂ ਨੇ, ਹੈ ਨਾ। ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਮਜ਼ੋਰ ਕਹੇ ਮੈਂ ਤਕੜਾ ਆ, ਹੈ ਨਾ। ਜਦੋਂ ਤੁਹਾਨੂੰ ਫੀਲ ਹੁੰਦਾ ਆ ਕਿ ਤੁਸੀਂ ਕਮਜ਼ੋਰ ਹੋ ਰਹੇ ਹੋ, ਤੁਸੀਂ ਖੜੇ ਹੋਵੋ, ਲਾਓ ਲਲਕਾਰਾ ਉੱਚੀ ਦੇਣੇ, ਉੱਚੀ ਆਵਾਜ਼ ਦੇ ਵਿੱਚ ਤੁਸੀਂ ਕਹੋ ਕਿ ਨਹੀਂ ਮੈਂ ਤਕੜਾ ਆ। ਵਚਨ ਕਹਿੰਦਾ ਆ ਕਿ ਮੈਂ ਤਕੜਾ ਆ ਤਾਂ ਮੈਂ ਤਕੜਾ ਆ। ਇਹ ਕੰਮ ਕਿੱਦਾਂ ਨਹੀਂ ਮੇਰੇ ਤੋਂ ਹੋਣਾ। ਟਰਾਈ ਕਰੋ। ਇੱਕ ਵਾਰੀ ਨਾ ਹੋ, ਦੂਜੀ ਵਾਰੀ ਹੋ ਜੂ, ਤੀਜੀ ਵਾਰੀ ਹੋ ਜੂ, ਪਰ ਹੋ ਜੂ ਜੇ ਤੁਸੀਂ ਇਸ ਗੱਲ ਤੇ ਖੜੇ ਰਹੋ ਕਿ ਨਹੀਂ ਇਹ ਕੰਮ ਮੈਂ ਕਰਨਾ ਹੀ ਕਰਨਾ ਆ ਪਰਮੇਸ਼ਵਰ ਦੇ ਲਈ। ਆਮੇਨ। ਆਪਾਂ ਵਚਨ ਦੇ ਵਿੱਚ ਦੇਖਦੇ ਹੈਗੇ ਜਿੱਦਾਂ ਮੈਥਿਊ ਦੇ ਵਿੱਚ 26 ਦਾ ਜਿਹੜਾ ਮੈਥਿਊ ਹੈਗਾ ਉਹਦੇ ਵਿੱਚ ਲਿਖਿਆ ਹੋਇਆ ਆ। ਤੁਹਾਨੂੰ ਯਾਦ ਹੋਊਗਾ ਜਦੋਂ ਪਰਮੇਸ਼ਵਰ ਯਿਸੂ ਮਸੀਹ ਜੀ ਜਿਹੜੇ ਹੈਗੇ ਨੇ ਉਹ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਦੇ ਬਾਗ ਦੇ ਵਿੱਚ ਗਏ ਸੀਗੇ ਦੁਆ ਕਰਨ ਦੇ ਲਈ। ਉਹ ਕਹਿੰਦੇ ਨੇ ਵੀ ਦੁਆ ਕਰੀਏ, ਹੈ ਨਾ। ਤੇ ਉਹ ਅੱਗੇ ਜੇ ਚਲੇ ਜਾਂਦੇ ਨੇ ਦੁਆ ਕਰਨ, ਜਦੋਂ ਉਹ ਮੁੜ ਕੇ ਆਉਂਦੇ ਨੇ ਉਹ ਦੇਖਦੇ ਨੇ ਕਿ ਚੇਲੇ ਸੁੱਤੇ ਪਏ ਨੇ ਤੇ ਪਰਮੇਸ਼ਵਰ ਯਿਸੂ ਮਸੀਹ ਜੀ ਉਹਨਾਂ ਨੂੰ ਜਗਾਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਤੁਸੀਂ ਮੇਰੇ ਨਾਲ 1 ਘੰਟਾ ਨਹੀਂ ਜਾਗ ਸਕੇ, ਹੈ ਨਾ। ਤੇ ਵੀ ਸਮਾਂ ਆ ਰਿਹਾ ਆ ਤੇ ਤੁਸੀਂ ਮੇਰੇ ਨਾਲ 1 ਘੰਟਾ ਜਾਗ ਕੇ ਦੁਆ ਨਹੀਂ ਕਰ ਸਕੇ। ਆਹ ਕਹਿ ਕੇ ਪਰਮੇਸ਼ਵਰ ਯਿਸੂ ਮਸੀਹ ਫੇਰ ਪਰੇ ਨੂੰ ਚਲੇ ਜਾਂਦੇ ਨੇ ਤੇ ਫੇਰ ਦੁਆ ਦੇ ਵਿੱਚ ਉੱਥੇ ਗੋਡੀਆਂ ਲਾ ਲੈਂਦੇ ਨੇ। ਜਦੋਂ ਥੋੜੇ ਚਿਰ ਬਾਅਦ ਉਹ ਫੇਰ ਮੁੜ ਕੇ ਆਉਂਦੇ ਨੇ ਤੇ ਜਿਹੜੇ ਚੇਲੇ ਨੇ ਉਹ ਫੇਰ ਸੁੱਤੇ ਪਏ ਨੇ। ਪਰਮੇਸ਼ਵਰ ਉਹਨਾਂ ਨੂੰ ਫੇਰ ਕਹਿੰਦੇ ਨੇ ਵੀ ਤੁਸੀਂ ਜਾਗ ਨਹੀਂ ਸਕੇ ਮੇਰੇ ਨਾਲ ਦੁਆ ਕਰਨ ਦੇ ਲਈ, ਹੈ ਨਾ। ਤੇ ਇੱਥੇ ਆਪਾਂ ਨੂੰ ਪਤਾ ਆ ਵੀ ਜੇ ਆਪਾਂ ਹੁੰਦੇ ਉਹਨਾਂ ਦੀ ਥਾਂ ਤੇ ਸ਼ਾਇਦ ਆਪਾਂ ਨੂੰ ਵੀ ਸੇਮ ਚੀਜ਼ ਪ੍ਰੋਬਲਮ ਹੋ ਜਾਂਦੀ। ਤੇ ਜੇ ਉਸ ਵੇਲੇ ਪਰਮੇਸ਼ਵਰ ਯਿਸੂ ਮਸੀਹ ਜੀ ਉਹਨਾਂ ਨੂੰ ਦੁਆ ਕਰਨ ਦੀ ਬਜਾਏ
ਕੋਈ ਇਹੋ ਜਿਹੀ ਚੀਜ਼ ਕਹਿ ਕੇ ਗਏ ਹੁੰਦੇ ਵੀ ਉਹ ਆਹ ਬਰਥਡੇ ਪਾਰਟੀ ਹੈਗੀ ਆ ਤੇ ਡੈਕੋਰੇਸ਼ਨ ਤਿਆਰ ਕਰਨੀ ਆ, ਬੈਠ ਕੇ ਆਹ ਕਰ ਦੋ, ਹੈ ਨਾ, ਫਨ ਦੀਆਂ ਚੀਜ਼ਾਂ, ਤਾਂ ਉਹਨਾਂ ਨੂੰ ਨੀਂਦ ਨਹੀਂ ਸੀ ਆਣੀ, ਤਾਂ ਉਹ ਬੈਠ ਕੇ ਪੂਰਾ ਕਰਦੇ ਜੋ ਵੀ ਕੁਝ ਕਰਨਾ ਸੀਗਾ, ਹੈ ਨਾ। ਇਹ ਮਤਲਬ ਵੀ ਡੋਂਟ ਟੇਕ ਮੀ ਰੋਂਗ, ਮੈਂ ਨਹੀਂ ਕਹਿ ਰਹੀ ਵੀ ਕਿੱਦਾਂ ਹੋ ਗਿਆ, ਕਿਉਂ ਹੋ ਗਿਆ, ਇਹ ਹਿਊਮਨ ਨੇਚਰ ਆ ਕਿ ਆਪਾਂ ਨੂੰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਆ ਕਈ ਕੰਮ ਅਚੀਵ ਕਰਨ ਦੇ ਲਈ। ਕਈ ਲੋਕ ਜਿੱਥੇ ਹੈਗੇ ਨੇ ਉੱਥੇ ਹੀ ਰਹਿ ਜਾਂਦੇ ਨੇ ਸਿਰਫ ਕਿਉਂਕਿ ਉਹਨਾਂ ਦੀ ਜਿਹੜੀ ਵਿਲ ਪਾਵਰ ਆ ਉਹ ਸਟਰੋਂਗ ਨਹੀਂਗੀ, ਉਹ ਆਪਣੇ ਆਪ ਨੂੰ ਵਿਚਾਰੀ ਸਮਝਦੇ ਨੇ, ਤਾਂ ਉੱਥੇ ਹੀ ਰਹਿ ਜਾਂਦੇ ਨੇ ਜਿੱਥੇ ਸ਼ਾਇਦ ਉਹਨਾਂ ਨੇ ਸੋਚਿਆ ਸੀ ਵੀ ਉਹ ਉਹਨੇ ਜੋਗੇ ਨੇ। ਤਾਂ ਕਰਕੇ ਇਹ ਜ਼ਰੂਰੀ ਆ ਕਿ ਆਪਾਂ ਤਕੜੇ ਹੋਈਏ ਤੇ ਆਪਾਂ ਅੱਗੇ ਨਿਕਲੀਏ, ਹੈ ਨਾ। ਪਰ ਪਰਮੇਸ਼ਵਰ ਦਾ ਵਚਨ ਮੈਥਿਊ 26:41 ਦੇ ਵਿੱਚ ਕਹਿੰਦਾ ਹੈ, ਪਰਮੇਸ਼ਵਰ ਯਿਸੂ ਮਸੀਹ ਜੀ ਨੇ ਕਿਹਾ, the spirit is willing but the flesh is weak, ਹੈ ਨਾ, ਵੀ ਰੂਹ ਤਾਂ ਚਾਹੁੰਦਾ ਆ ਕਰਨਾ ਪਰ ਆਪਣਾ ਸਰੀਰ, ਆਪਣਾ ਮਨ ਇਹ ਬਹੁਤ ਕਮਜ਼ੋਰ ਆ, ਆਪਾਂ ਬਹੁਤ ਕਮਜ਼ੋਰ ਆ ਤੇ ਕਈ ਚੀਜ਼ਾਂ ਆਪਾਂ ਤੋਂ ਹੁੰਦੀਆਂ ਨਹੀਂ ਗੀਆਂ, ਹੈ ਨਾ। ਤੇ ਇੱਕ ਜਿਹੜੀ ਚੀਜ਼ ਹੈਗੀ ਆ ਆਪਾਂ ਨੂੰ ਕਰਨੀ ਪੈਣੀ ਆ ਤਾਂ ਕਰਕੇ ਆਪਾਂ ਆਪਣੇ ਖਰੇ ਉਤਰ ਸਕੀਏ ਜੋ ਵੀ ਕੁਝ ਆਪਾਂ ਕਰਨਾ ਚਾਹੁੰਦੇ ਆ, ਉਹ ਹੈਗਾ ਆ ਆਪਾਂ ਆਪਣੀਆਂ ਜਿਹੜੀਆਂ ਸੋਚਾਂ ਨੇ ਉਹਨਾਂ ਨੂੰ ਸੁਣਨਾ ਬੰਦ ਕਰੀਏ, ਹੈ ਨਾ। ਆਪਾਂ ਜਦੋਂ ਬੈਠੇ ਰਹਿੰਦੇ ਆ, ਕੋਈ ਨਹੀਂ ਗਾ ਕਰੇ, ਆਪਾਂ ਚੁੱਪ ਕਰਕੇ ਬੈਠੇ ਆ, ਇੰਨੀਆਂ ਸੋਚਾਂ ਆਪਣੇ ਦਿਮਾਗ 'ਚ ਆਉਂਦੀਆਂ ਨੇ, ਆਪਣਾ ਕਹੀਏ ਵੀ ਸੋਚਾਂ ਨੂੰ ਬੰਦ ਕਰੋ ਤੇ ਆਪਾਂ ਕਹੀਏ ਵੀ ਹੁਣ ਆਪਾਂ ਸੋਚਾਂ ਨੂੰ ਹੁਕਮ ਦੇਣ ਲੱਗਣਾ ਆ, ਹੁਣ ਬੋਲਣ ਲੱਗਣਾ ਆ। ਕੋਈ ਸੋਚ ਆ ਗਈ ਵੀ ਉਹ ਫਲਾਣੇ ਬੰਦੇ ਨੇ ਆਏ ਕਰਤਾ ਤੇਰੇ ਨਾਲ, ਤੂੰ ਦੇਖ ਕਿੱਦਾਂ ਹੋਇਆ, ਤੁਸੀਂ ਉਦੋਂ ਹੀ ਆਪਣੀ ਰੂਹਾਨੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਜਾਂ ਆਪਣੀ ਰੂਹਾਨੀ ਜ਼ਿੰਦਗੀ ਦੇ ਵਿੱਚ ਵਧਣ ਦੇ ਲਈ ਉਦੋਂ ਹੀ ਇੱਕਦਮ ਤੁਸੀਂ ਕਮਾਂਡ ਲਓ, ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ ਮੈਂ ਆਹ ਸੋਚ ਨੂੰ ਕੈਂਸਲ ਕਰਦਾ ਆ ਜਾਂ ਕੈਂਸਲ ਕਰਦੀ ਆ, ਬਈ ਆਪਾਂ ਪਰਮੇਸ਼ਵਰ ਦੇ ਵਿੱਚ ਵਧਣਾ ਆ। ਤਾਂ ਕਰਕੇ ਜ਼ਰੂਰੀ ਆ ਕਿ ਨੈਗੇਟਿਵ ਸੋਚਾਂ ਨੂੰ ਆਪਾਂ ਉਸੇ ਵੇਲੇ ਕੈਂਸਲ ਕਰੀਏ ਤੇ ਪੋਜ਼ਿਟਿਵ ਸੋਚਾਂ ਦੇ ਵਿੱਚ ਵਧੀਏ, ਪਰਮੇਸ਼ਵਰ ਦੇ ਵਚਨ ਦੇ ਵਿੱਚ ਵਧੀਏ, ਉੱਚੀ ਆਵਾਜ਼ ਦੇ ਵਿੱਚ। ਉਦੋਂ ਹੀ ਆਪਾਂ ਆਪਣੀਆਂ ਸੋਚਾਂ ਨੂੰ, ਜਿਹੜੀਆਂ ਨੈਗੇਟਿਵ ਸੋਚਾਂ ਨੇ, ਜਿਹੜੀਆਂ ਆਪਾਂ ਨੂੰ ਪਰਮੇਸ਼ਵਰ ਦੇ ਕੰਮਾਂ ਤੋਂ ਦੂਰ ਲਿਜਾ ਰਹੀਆਂ ਨੇ, ਉਹਨਾਂ ਨੂੰ ਆਪਾਂ ਕੈਂਸਲ ਕਰੀਏ। ਆਪਾਂ ਨੂੰ ਪਤਾ ਹੈ ਦਾਊਦ ਇੰਨੀਆਂ ਮੁਸ਼ਕਲਾਂ ਥਾਈਂ ਦੀ ਨਿਕਲਿਆ ਸੀਗਾ ਆਪਣੀ ਜ਼ਿੰਦਗੀ ਦੇ ਵਿੱਚ, ਉਹਨੇ ਇੰਨੀਆਂ ਲੜਾਈਆਂ ਲੜੀਆਂ, ਦੇਖੋ ਡਿਪਰੈਸ਼ਨ, ਲੋਕ ਦੇਖੇ ਮਰੇ ਹੋਏ ਜਾਂ ਜੋ ਵੀ ਕੋਈ ਸਟ੍ਰੈਸ ਉਹਦੀ ਜ਼ਿੰਦਗੀ ਦੇ ਵਿੱਚ ਕਿੰਨਾ ਹੋਊਗਾ, ਤੇ ਉਹ ਕਿੱਥੇ ਲੁਕਦਾ ਫਿਰਦਾ ਸੀਗਾ ਸਾਊਲ ਤੋਂ, ਇਹ ਵੀ ਆਪਾਂ ਨੂੰ ਪਤਾ ਆ ਵੀ ਕਿੱਥੇ ਲੁਕਦਾ ਫਿਰਦਾ ਸੀ, ਮਤਲਬ ਕਿੰਨੇ ਸਟ੍ਰੈਸ ਦੇ ਵਿੱਚ ਉਹ ਬੰਦਾ ਸੀਗਾ। ਤੇ ਉਸ ਬੰਦੇ ਨੇ, ਉਹ ਬੰਦਾ ਜਿਹੜਾ ਸੀਗਾ ਉਹ ਤੁਹਾਡੇ ਤੇ ਮੇਰੇ ਵਰਗਾ ਹੀ ਸੀਗਾ, ਮਤਲਬ ਵੀ, ਹੈ ਨਾ, ਉਹ ਤੁਹਾਡੇ ਤੇ ਮੇਰੇ ਵਰਗਾ ਸੀਗਾ, ਕਮਜ਼ੋਰੀਆਂ ਵੀ ਸੀਗੀਆਂ ਉਹਦੇ ਵਿੱਚ, ਮਾਫੀਆਂ ਵੀ ਪਰਮੇਸ਼ਵਰ ਤੋਂ ਮੰਗਦਾ ਸੀਗਾ ਤੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਹਿੰਦਾ ਸੀਗਾ, ਰੋਜ਼ ਦੀ ਰੋਜ਼ ਉਹ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਹਿੰਦਾ ਸੀਗਾ ਆ ਕੇ, ਤਾਂ ਕਰਕੇ ਵੀ ਜਿਹੜੀਆਂ ਕਮਜ਼ੋਰੀਆਂ ਨੇ ਉਹ ਉਹਦੇ ਤੇ ਹਾਵੀ ਨਾ ਹੋ ਜਾਣ। ਆਪਾਂ ਦੇਖਦੇ ਆ ਭਜਨ ਦੇ ਵਿੱਚ 42:5 ਦੇ ਵਿੱਚ ਕੀ ਲਿਖਿਆ ਹੈਗਾ ਆ। ਉਹਦੇ 42:5 ਦੇ ਵਿੱਚ ਲਿਖਿਆ ਹੈਗਾ ਆ ਕਿ मैं इतना दुखी क्यों हूं, मैं इतना व्याकुल क्यों हूं, मुझे परमेश्वर के सहारे की बाट जोतनी चाहिए। Why my soul are you downcast, why so disturbed within me, put your hope in God, for I will yet praise him, my Savior and my God। ਉਹ ਡਿੱਗਿਆ ਪਿਆ ਵਾ ਪਰ ਫਿਰ ਵੀ ਉਹ ਆਪਣੇ ਮਨ ਦੇ ਨਾਲ ਗੱਲ ਕਰ ਰਿਹਾ। ਉਸ ਵੇਲੇ ਜਦੋਂ ਉਹ ਕਹਿੰਦਾ ਆ why oh my soul are you downcast, ਉੱਥੇ ਹੀ ਉਹ ਢੇਰੀ ਹੋ ਸਕਦਾ ਸੀਗਾ, ਕਿੰਨਾ ਕੁਛ ਹੋਇਆ ਪਿਆ ਮੇਰੀ ਜ਼ਿੰਦਗੀ 'ਚ, ਕੀ ਕੁਛ ਹੋ ਗਿਆ ਮੇਰੀ ਜ਼ਿੰਦਗੀ 'ਚ, ਆਹ ਹੋ ਗਿਆ ਮੇਰੀ ਜ਼ਿੰਦਗੀ 'ਚ, ਉਹ ਹੋ ਗਿਆ। ਪਰ ਉਸੇ ਵੇਲੇ ਉਸਨੇ ਕਿਹਾ ਕਿ ਐ ਮੇਰੀ ਰੂਹ ਤਕੜੀ ਹੋ, ਐ ਮੇਰੀ ਰੂਹ ਪਰਮੇਸ਼ਵਰ ਦੇ ਵਿੱਚ ਭਰੋਸਾ ਕਰ, ਹੈਵ ਹੋਪ ਇਨ ਗॉड, ਹੈ ਨਾ। ਆਪਣੇ ਆਪ ਨਾਲ ਉਹਨੇ ਗੱਲ ਕਰਨੀ ਸ਼ੁਰੂ ਕੀਤੀ।
ਤੇਰਾ ਜਿਹੜਾ ਦਾਊਦ ਹੈਗਾ ਆ ਉਸਨੇ ਆਪਣੇ ਆਪ ਨੂੰ ਸਮਝਾਉਣਾ ਉਹਨੇ ਸ਼ੁਰੂ ਕੀਤਾ, ਉਹਨੇ ਅੱਖਾਂ ਪਰਮੇਸ਼ਵਰ ਤੇ ਲਾਈਆਂ, ਉਹਨੇ ਕਿਹਾ ਪਰਮੇਸ਼ਵਰ ਆ ਮੇਰੇ ਨਾਲ, ਉਹਨੇ ਆਪਣੇ ਆਪ ਨੂੰ ਕਿਹਾ। ਉਹ ਕਹਿੰਦਾ ਆ ਕਿ ਜ਼ਮੀਨ ਅਸਮਾਨ ਨੂੰ ਬਣਾਉਣ ਵਾਲਾ ਪਰਮੇਸ਼ਵਰ ਮੇਰੇ ਨਾਲ ਆ, ਮੇਰੇ ਲਈ ਖੜਾ ਆ। ਆਮੇਨ। ਤਾਂ ਮੈਂ ਕਿਉਂ ਢਿੱਲਾ ਹੋ ਰਿਹਾ ਹੈ? ਮਾਈ ਸੋਲ ਵਾਈ ਆਰ ਯੂ ਡਾਊਨਕਾਸਟ? ਵੀ ਤਕੜੀ ਹੋ ਤੂੰ, ਕੀ ਤੈਨੂੰ ਹੋ ਗਿਆ? ਤੂੰ ਕਿਉਂ ਡਾਊਨ ਆ? ਤੂੰ ਤਕੜੀ ਹੋ ਕਿਉਂਕਿ ਪਰਮੇਸ਼ਵਰ ਜਿਹੜਾ ਹੈ ਜ਼ਮੀਨ ਅਸਮਾਨ ਨੂੰ ਬਣਾਉਣ ਵਾਲਾ ਆ, ਉਹ ਆਪਣੇ ਨਾਲ ਖੜਾ ਆ। ਆਮੇਨ। ਤਾਂ ਕਰਕੇ ਜ਼ਰੂਰੀ ਆ ਕਿ ਜਿੰਨਾ ਵੀ ਕੁਝ ਆਪਾਂ ਕਰੀਏ ਤੇ ਆਪਾਂ ਨੈਗੇਟਿਵ ਚੀਜ਼ਾਂ ਨੂੰ ਹਟਾਉਂਦੇ ਜਾਈਏ ਆਪਣੀ ਜ਼ਿੰਦਗੀ ਚੋਂ ਤੇ ਪੋਜ਼ਿਟਿਵ ਚੀਜ਼ਾਂ ਨੂੰ ਲਿਆਈ ਜਾਈਏ ਆਪਣੀ ਜ਼ਿੰਦਗੀ ਦੇ ਵਿੱਚ। ਜੇ ਆਪਣੀਆਂ ਕੋਲੇ ਇਹੋ ਜਿਹੀਆਂ ਸੋਚਾਂ ਆਉਂਦੀਆਂ ਨੇ, ਆਪਣੇ ਵਿੱਚ ਜੈਲਸੀ ਆਉਂਦੀ ਹੈ, ਕਿਉਂਕਿ ਜਿਹੜੀਆਂ ਨੈਗੇਟਿਵ ਸੋਚਾਂ ਨੇ ਇਹਨਾਂ ਦੇ ਨਾਲ ਕੀ ਹੋ ਰਿਹਾ? ਨੈਗੇਟਿਵ ਸੋਚਾਂ ਜਿਹੜੀਆਂ ਨੇ ਇਹ ਹਰਡਲ ਬਣ ਰਹੀਆਂ ਨੇ ਆਪਣੇ ਰਾਹ ਦੇ ਵਿੱਚ ਕਿ ਆਪਾਂ ਪਰਮੇਸ਼ਵਰ ਵੱਲ ਨੂੰ ਹੋਰ ਵੱਧ ਸਕੀਏ, ਹੈ ਨਾ। ਇਹ ਰੋਕ ਰਹੀਆਂ ਨੇ। ਜੇ ਆਪਾਂ ਪਰਮੇਸ਼ਵਰ ਦੇ ਕੰਮ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਜੈਲਸੀ, ਗੁੱਸਾ, ਐਂਗਰ, ਇਹ ਸਾਰੀਆਂ ਚੀਜ਼ਾਂ ਤੇ ਫਤਿਹ ਪਾਉਣੀ ਪਊਗੀ। ਆਪਾਂ ਨਹੀਂ ਬਸ ਇਹਨਾਂ ਦੇ ਇਰਦ ਗਿਰਦ, ਇਹ ਤਾਂ ਸ਼ੈਤਾਨ ਦੀ ਪਲਾਨ ਆ ਕਿ ਬਸ ਛੋਟੀ ਜੀ ਕੋਈ ਗੱਲ ਕਰਤੀ ਜੈਲਸੀ ਹੋ ਗਈ, ਛੋਟੀ ਜੀ ਕੋਈ ਗੱਲ ਕਰਤੀ ਗੁੱਸਾ ਆ ਗਿਆ, ਹੈ ਨਾ। ਤੇ ਇਹ ਸ਼ੈਤਾਨ ਦੀ ਪਲਾਨ ਆ ਵੀ ਬਸ ਉਹ ਛੋਟਾ ਜਿਹਾ ਇੱਕ ਗਲੋਬ ਜਿਹਾ ਬਣਾਤਾ ਵੀ ਬੰਦਾ ਬਸ ਸੋਚਾਂ ਉਹਦੀਆਂ ਉਸ ਦੇ ਇਰਦ ਗਿਰਦ ਹੀ ਘੁੰਮੀ ਜਾ ਰਹੀਆਂ, ਉਸ ਦੇ ਇਰਦ ਗਿਰਦ ਹੀ ਘੁੰਮੀ ਜਾ ਰਹੀਆਂ, ਹੈ ਨਾ। ਪਰ ਨਹੀਂ, ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਆ। ਆਪਾਂ ਸ਼ੈਤਾਨ ਦੀ ਅਥਾਰਟੀ ਦੇ ਅੰਦਰ ਨਹੀਂ ਗੇ, ਆਪਾਂ ਪਰਮੇਸ਼ਵਰ ਦੀ ਅਥਾਰਟੀ ਦੇ ਅੰਦਰ ਆ ਤੇ ਆਪਾਂ ਨੂੰ ਪਰਮੇਸ਼ਵਰ ਨੇ ਵਿਲ ਪਾਵਰ ਦਿੱਤੀ ਆ ਹਰ ਉਸ ਚੀਜ਼ ਚੋਂ ਨਿਕਲ ਜਾਣ ਤੋਂ ਜਿਹੜੀ ਆਪਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਆਮੇਨ। ਹਾਲੇਲੂਇਆ। ਆਪਾਂ ਤਕੜੇ ਹੋਏ, ਆਪਾਂ ਸਾਰੇ ਜਾਣੇ ਹੱਥ ਖੜੇ ਕਰਕੇ ਪਰਮੇਸ਼ਵਰ ਮਦਦ ਕਰ ਸਾਡੀ ਪਰਮੇਸ਼ਵਰ ਇਸ ਵੇਲੇ ਕਿ ਜਿਹੜੀਆਂ ਵੀ ਇਹੋ ਜਿਹੀਆਂ ਗੁੱਸੇ, ਗਿਲਾ, ਜੈਲਸੀ ਦੀਆਂ ਚੀਜ਼ਾਂ ਦੇ ਵਿੱਚ ਮੈਂ ਫਸਿਆ ਹੋਇਆ ਜਾਂ ਮੈਂ ਫਸੀ ਹੋਈ ਆ, ਮੈਨੂੰ ਤਾਕਤ ਦੇ ਅੱਜ ਕਿ ਅੱਜ ਮੈਂ ਉਹਨੂੰ ਝੜਕ ਕੇ ਉਸ ਚੋਂ ਨਿਕਲ ਸਕਾਂ। ਜਦੋਂ ਵੀ ਉਹ ਚੀਜ਼ਾਂ ਮੇਰੇ ਦਿਮਾਗ 'ਚ ਤੇ ਦਿਲ 'ਚ ਆਉਂਦੀਆਂ ਨੇ, ਮੈਂ ਉਸੇ ਵੇਲੇ ਉਸ ਨੂੰ ਰਿਬਿਊਕ ਕਰ ਸਕਾਂ ਤੇ ਪਰਮੇਸ਼ਵਰ ਦਾ ਲਹੂ ਆਪਣੇ ਉੱਤੇ ਲਾ ਸਕਾਂ ਤੇ ਮੈਂ ਅੱਗੇ ਵੱਧ ਸਕਾਂ ਆਪਣੀ ਜ਼ਿੰਦਗੀ ਦੇ ਵਿੱਚ, ਰੂਹਾਨੀ ਜ਼ਿੰਦਗੀ ਦੇ ਵਿੱਚ। ਆਮੇਨ। ਹਾਲੇਲੂਇਆ। ਪਰਮੇਸ਼ਵਰ ਦਾ ਧੰਨਵਾਦ ਕਰਦੇ ਆ। ਇਸ ਤੋਂ ਅੱਗੇ ਆਪਾਂ ਦੇਖਦੇ ਆ ਕਿ ਜਿਹੜਾ ਦਾਊਦ ਸੀਗਾ ਉਹ ਤਾਂ ਆਪਣੇ ਆਪ ਨੂੰ ਇਨਕਰੇਜ ਕਰਨ ਦੇ ਵਿੱਚ ਮਾਸਟਰ ਸੀਗਾ, ਹੈ ਨਾ। ਉਹ ਬਹੁਤ ਆਪਣੇ ਆਪ ਨੂੰ ਇਨਕਰੇਜ ਕਰਦਾ ਹੁੰਦਾ ਸੀਗਾ, ਆਪਣੀ ਰੂਹ ਨੂੰ ਕਹਿੰਦਾ ਹੁੰਦਾ ਸੀ। ਜਿੱਦਾਂ ਆਪਣੇ ਪ੍ਰੀਚਿੰਗ ਦਾ ਅੱਜ ਟਾਈਟਲ ਹੀ ਹੈਗਾ ਆ, ਪ੍ਰੇਜ਼ ਦਾ ਲੋਰਡ ਓ ਮਾਈ ਸੋਲ, ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ। ਆਪਾਂ ਭਜਨ 103 ਦੇਖਦੇ ਹੈਗੇ ਆ। ਭਜਨ 103 ਦੀ ਜਿਹੜੀ ਪਹਿਲੀ ਵਰਸ ਹੈਗੀ ਆ ਉਹ ਆਹੀ ਹੈਗੀ ਆ ਜੋ ਆਪਣਾ ਟਾਈਟਲ ਹੈਗਾ, ਪ੍ਰੇਜ਼ ਦਾ ਲੋਰਡ ਓ ਮਾਈ ਸੋਲ, all my inmost being praise his holy name। ऐ मेरी आत्मा, ऐ मेरे मन, तू प्रभु को धन्य कह। है मेरे अंग प्रत्यंग उसके पवित्र नाम की प्रशंसा कर। हालेलुया। आमेन। ਤੇ ਦਾਊਦ ਜਿਹੜਾ ਸੀਗਾ ਉਹ ਹਰ ਵੇਲੇ ਆਪਣੀ ਰੂਹ ਨੂੰ, ਆਪਣੀ ਸੋਲ ਨੂੰ, ਆਪਣੀ ਆਤਮਾ ਨੂੰ, ਆਪਣੀ ਵਿਲ ਨੂੰ ਕਹਿੰਦਾ ਸੀ, ਇਨਕਰੇਜ ਕਰਦਾ ਸੀ ਕਿ ਐ ਮੇਰੇ ਮਨ ਪਰਮੇਸ਼ਵਰ ਨੂੰ ਧੰਨ ਕਹਿ, ਪਰਮੇਸ਼ਵਰ ਨੂੰ ਧੰਨ ਕਹਿ, ਪਰਮੇਸ਼ਵਰ ਨੂੰ ਧੰਨ ਕਹਿ। ਜਦੋਂ ਆਪਣੇ ਤੇ ਵੀ ਕੁਝ ਬੀਤਦੀ ਆ, ਆਪਾਂ ਵੀ ਇਹ ਰਾਹ ਅਪਣਾਈਏ ਤੇ ਆਪਾਂ ਪਰਮੇਸ਼ਵਰ ਨੂੰ ਧੰਨ ਕਹੀਏ। ਆਪਣੇ ਤੇ ਕੁਝ ਵੀ ਆ ਰਿਹਾ, ਆਪਾਂ ਉਹ ਗੁੱਸੇ ਗਿਲੇ ਨੂੰ ਪਾਸੇ ਕਰਕੇ ਆਪਾਂ ਪਰਮੇਸ਼ਵਰ ਨੂੰ ਧੰਨ ਕਹੀਏ। ਆਮੇਨ। ਤੇ ਉਸ ਤੋਂ ਬਾਅਦ ਆਪਾਂ 103 ਦਾ 2 ਦੇਖਦੇ ਹੈਗੇ ਆ। 103 ਦੇ 2 ਦੇ ਵਿੱਚ ਕਹਿੰਦਾ ਆ, ਪ੍ਰੇਜ਼ ਦਾ ਲੋਰਡ ਓ ਮਾਈ ਸੋਲ ਐਂਡ ਫੋਰਗੇਟ ਨਾਟ ਆਲ ਹਿਜ਼ बेनिफिट्स। हालेलुया। ऐ मेरी आत्मा यहोवा को धन्य कह और मत भूल के वह सचमुच कृपालु है ना। ओ डोंट फॉरगेट एनी ऑफ हिज बेनिफिट्स। वचन ਆਪਾਂ ਨੂੰ ਕਹਿੰਦਾ ਆ ਕਿ ਆਪਾਂ ਕੁਝ ਵੀ ਜੋ ਪਰਮੇਸ਼ਵਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਆ, ਆਪਾਂ ਉਹ ਕੁਝ ਨਾ ਭੁੱਲੀਏ। ਉਹਦੀ ਗ੍ਰੇਸ, ਉਹਦੀ ਮਰਸੀ, ਉਹਦੀ ਕਿਰਪਾ, ਉਹਦੀ ਮਿਹਰ, ਹੈ ਨਾ, ਆਪਣੀ ਜ਼ਿੰਦਗੀ 'ਚ ਉਹਦੀ ਸੈਲਵੇਸ਼ਨ, ਉਹਦੀ ਮੁਕਤੀ, ਆਪਾਂ ਨੂੰ ਕੀ ਕੁਛ ਪਰਮੇਸ਼ਵਰ ਨੇ ਦਿੱਤਾ ਆ, ਆਪਾਂ ਇਹ ਭੁੱਲੀਏ ਨਾ। ਇਹ ਦਾਊਦ ਆਪਣੇ ਆਪ ਨੂੰ ਕਹਿੰਦਾ ਆ ਕਿ ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ ਤੇ ਤੂੰ ਕੁਛ ਨਾ ਭੁੱਲ, ਜੋ ਕੁਛ ਪਰਮੇਸ਼ਵਰ ਨੇ ਤੈਨੂੰ ਦਿੱਤਾ ਆ, ਜੋ ਬੈਨੀਫਿਟਸ ਨੇ, ਜਿੰਨੀ ਕਿਰਪਾ ਪਰਮੇਸ਼ਵਰ ਨੇ ਤੇਰੇ ਤੇ ਕੀਤੀ ਆ, ਉਹ ਚੀਜ਼ਾਂ ਨੂੰ ਤੂੰ ਭੁੱਲ ਨਾ। ਤੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਜਿਹੜਾ ਆਪਣਾ ਪਹਿਲਾ ਪਿਆਰ ਆ, ਜਿੱਦਣ ਅਸੀਂ ਪਰਮੇਸ਼ਵਰ 'ਚ ਪਹਿਲੀ ਵਾਰੀ ਆਏ ਸੀ ਜਾਂ ਪਹਿਲਾ ਦਿਨ ਹੀ ਲਾ ਲਓ,
ਉਦਨ ਜੋ ਖੁਸ਼ੀ ਆਪਣੇ ਅੰਦਰ ਸੀ ਉਦੋਂ ਆਪਣੇ ਨਾਲ ਕੀ ਹੁਣ ਇਸ ਵੇਲੇ ਤੁਸੀਂ ਹਰ ਕੋਈ ਆਪਣੇ ਆਪਣੇ ਉਸ ਦਿਨ ਨੂੰ ਸੋਚੀਏ ਜਿੱਦਣ ਆਪਾਂ ਪਹਿਲੇ ਦਿਨ ਪਰਮੇਸ਼ਵਰ ਆਏ ਸੀ ਤੇ ਪਰਮੇਸ਼ਵਰ ਦੇ ਵਿੱਚ ਆਏ ਸੀ ਤੇ ਪਰਮੇਸ਼ਵਰ ਦਾ ਰੂਹ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਉਹਨੇ ਆਪਣੇ ਤੇ ਕਬਜ਼ਾ ਕੀਤਾ ਤੇ ਆਪਾਂ ਨੂੰ ਪੂਰਾ ਜਿੱਦਾਂ ਕਹਿ ਲਓ ਵੀ ਬੰਨ ਲਿਆ ਸੀਗਾ ਆਪਣਾ ਦਿਲ ਇੰਨਾ ਖੁਸ਼ ਆਪਾਂ ਰੋ ਰਹੇ ਸੀਗੇ ਖੁਸ਼ੀ ਦੇ ਨਾਲ ਆਮੇਨ ਤੇ ਉਸ ਦਿਨ ਨੂੰ ਯਾਦ ਕਰੀਏ ਜਦੋਂ ਆਪਾਂ ਮੁਸੀਬਤ ਦੇ ਦਿਨਾਂ ਦੇ ਵਿੱਚ ਆ ਜਦੋਂ ਆਪਾਂ ਸਟ੍ਰੈਸ ਦੇ ਦਿਨਾਂ ਦੇ ਵਿੱਚ ਆ ਜਦੋਂ ਆਪਾਂ ਐਂਜ਼ਾਈਟੀ ਦੇ ਦਿਨਾਂ ਦੇ ਵਿੱਚ ਆ ਡਿਪਰੈਸ਼ਨ ਦੇ ਦਿਨਾਂ ਦੇ ਵਿੱਚ ਆ ਇਹ ਦਿਨਾਂ ਨੂੰ ਆਪਾਂ ਆਪਣਾ ਪਰਮਾਨੈਂਟ ਦਿਨ ਨਾ ਸਮਝੀਏ ਆਪਾਂ ਉਸ ਦਿਨ ਨੂੰ ਯਾਦ ਕਰੀਏ ਜਦੋਂ ਪਰਮੇਸ਼ਰ ਦੇ ਵਿੱਚ ਆਏ ਸੀ ਪਰਮੇਸ਼ਰ ਨੇ ਕਿੱਦਾਂ ਆਪਾਂ ਨੂੰ ਮੁਕਤੀ ਦਿੱਤੀ ਸੀ ਬਦਰੂਆਂ ਤੋਂ ਛੁਟਕਾਰੇ ਆਪਾਂ ਨੂੰ ਮਿਲੇ ਸੀਗੇ ਤੇ ਕਿੱਦਾਂ ਆਪਣੀਆਂ ਸੋਚਾਂ ਬਦਲ ਗਈਆਂ ਸੀਗੀਆਂ ਆਪਣਾ ਸਾਰਾ ਗੇਮ ਪਲਾਨ ਬਦਲ ਗਿਆ ਸੀਗਾ ਉਸ ਤੋਂ ਪਹਿਲਾਂ ਆਪਾਂ ਕੀ ਕੁਝ ਸੋਚਦੇ ਸੀ ਸ਼ਾਇਦ ਕੀ ਪਲਾਨਾਂ ਬਣਾਉਂਦੇ ਸੀ ਸ਼ਾਇਦ ਕੀ ਕੁਝ ਕਰਦੇ ਫਿਰਦੇ ਸੀਗੇ ਹੈਨਾ ਵੀ ਉਹ ਚੀਜ਼ਾਂ ਜਿਹੜੀਆਂ ਆਪਾਂ ਪਹਿਲਾਂ ਕਰਦੇ ਸੀ ਉਹ ਆਪਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਗਲਤ ਆ ਹੈਨਾ ਕਈ ਲੋਕਾਂ ਨੂੰ ਮਤਲਬ ਵੀ ਝੂਠ ਬੋਲਣ ਦੀ ਆਦਤ ਹੀ ਹੁੰਦੀ ਆ ਉਹ ਬਸ ਝੂਠ ਹੀ ਬੋਲਦੇ ਨੇ ਉਹਨਾਂ ਦਿਨਾਂ 'ਚ ਆਪਣੇ ਦਿਲ ਨੂੰ ਐ ਜੀ ਨਹੀਂ ਸੀ ਹੁੰਦਾ ਵੀ ਹਾਂ ਮੈਂ ਝੂਠ ਬੋਲਤਾ ਜਾਂ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਤਾ ਕਈ ਲੋਕਾਂ ਨੂੰ ਆਦਤ ਹੀ ਆ ਵੀ ਦੂਜੇ ਨੂੰ ਨੀਵਾਂ ਹੀ ਦਿਖਾਉਣਾ ਆ ਹਮੇਸ਼ਾ ਹੈਨਾ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਏਦਾਂ ਪਰ ਉਦੋਂ ਪਰਮੇਸ਼ਵਰ ਦੇ ਆਉਣ ਤੋਂ ਪਹਿਲਾਂ ਆਪਾਂ ਨੂੰ ਅਹਿਸਾਸ ਨਹੀਂ ਸੀ ਹੁੰਦਾ ਕਿ ਹਾਂ ਵੀ ਇਹ ਗਲਤ ਆ ਮਤਲਬ ਇਹ ਤਾਂ ਹਿਊਮਨ ਨੇਚਰ ਆ ਵੀ ਇਹ ਤਾਂ ਹੁੰਦਾ ਹੀ ਆ ਹੈਨਾ ਪਰ ਜਦੋਂ ਪਰਮੇਸ਼ਵਰ ਦਾ ਰੂਹ ਆਪਣੇ ਅੰਦਰ ਆਇਆ ਪਰਮੇਸ਼ਵਰ ਦੇ ਰੂਹ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਹੈਨਾ ਤੇ ਫਿਰ ਆਪਣੀ ਕੌਨਸ਼ੀਅਸ ਦੇ ਵਿੱਚ ਆਪਾਂ ਨੂੰ ਅਹਿਸਾਸ ਹੋਣ ਲੱਗਿਆ ਵੀ ਨਹੀਂ ਆਪਾਂ ਇਦਾਂ ਨਹੀਂ ਕਰ ਸਕਦੇ ਕਿਉਂਕਿ ਇਹ ਤਾਂ ਗਲਤ ਕੰਮ ਆ ਇਹ ਨਹੀਂ ਠੀਕ ਹੈਗਾ ਹੈ ਨਾ ਫਿਰ ਆਪਾਂ ਪਰਮੇਸ਼ਰ ਦੇ ਕੋਲੇ ਆ ਕੇ ਮਾਫੀ ਮੰਗਦੇ ਆ ਪਰਮੇਸ਼ਰ ਮੇਰੇ ਤੋਂ ਗਲਤੀ ਹੋ ਗਈ ਪਲੀਜ਼ ਮੈਨੂੰ ਮਾਫ ਕਰ ਮੈਨੂੰ ਮਤਲਬ ਆਪਾਂ ਨੂੰ ਉਦੋਂ ਤੱਕ ਸ਼ਾਂਤੀ ਨਹੀਂ ਆਉਂਦੀ ਜਦ ਤੱਕ ਆਪਾਂ ਪਰਮੇਸ਼ਰ ਦੇ ਅੱਗੇ ਆ ਕੇ ਪਰਮੇਸ਼ਰ ਤੋਂ ਮਾਫੀ ਨਹੀਂ ਮੰਗ ਲੈਂਦੇ ਆਮੇਨ ਹੈ ਨਾ ਤੇ ਇਸ ਕਰਕੇ ਕਿੰਨਾ ਜ਼ਰੂਰੀ ਆ ਕਿ ਆਪਾਂ ਆਪਣੇ ਪਹਿਲੇ ਪਿਆਰ ਨੂੰ ਯਾਦ ਰੱਖੀਏ ਕਿਉਂਕਿ ਜਦੋਂ ਆਪਾਂ ਪੁਰਾਣੀਆਂ ਚੀਜ਼ਾਂ ਯਾਦ ਕਰਦੇ ਆ ਉਹ ਪਹਿਲਾ ਪਿਆਰ ਪਰਮੇਸ਼ਵਰ ਦਾ ਆਪਾਂ ਜਦੋਂ ਯਾਦ ਕਰਦੇ ਆ ਉਹ ਆਪਣੀ ਮਦਦ ਕਰਦੇ ਨੇ ਆਪਣੇ ਭਵਿੱਖ ਦੇ ਵਿੱਚ ਆਪਣੇ ਫਿਊਚਰ ਦੇ ਵਿੱਚ ਜਦੋਂ ਆਪਣੇ ਤੇ ਕੋਈ ਗਲਤ ਬੁਰਾ ਕੰਮ ਟਾਈਮ ਆ ਜਾਂਦਾ ਆ ਆਪਾਂ ਕਹਿੰਦੇ ਆ ਉਸ ਵੇਲੇ ਪਰਮੇਸ਼ਵਰ ਨੇ ਮੈਨੂੰ ਕੱਢਿਆ ਸੀਗਾ ਉਸ ਪਿੱਟ ਚੋਂ ਉਸ ਖੂਹ ਚੋਂ ਉਸ ਗਰੀਬੀ ਚੋਂ ਉਸ ਲਾਚਾਰੀ ਚੋਂ ਉਸ ਬਿਮਾਰੀ ਚੋਂ ਉਹਨਾਂ ਬਦਰੂਆਂ ਚੋਂ ਪਰਮੇਸ਼ਵਰ ਨੇ ਮੈਨੂੰ ਕੱਢਿਆ ਸੀ ਤੇ ਉਹ ਕੁਝ ਵੀ ਕਰਨ ਦੀ ਸ਼ਕਤੀ ਅੱਜ ਵੀ ਰੱਖਦਾ ਆ ਕਿਉਂਕਿ ਉਹ ਬਦਲਦਾ ਨਹੀਂਗਾ ਜੋ ਉਹ ਕੱਲ ਸੀ ਉਹੀ ਉਹ ਅੱਜ ਆ ਤੇ ਹਮੇਸ਼ਾ ਰਹੇਗਾ ਤੇ ਹਾਂ ਮੈਨੂੰ ਅੱਜ ਵੀ ਪਰਮੇਸ਼ਰ ਉਹਨਾਂ ਚੀਜ਼ਾਂ ਚੋਂ ਕੱਢ ਸਕਦਾ ਆ ਜਿਨ੍ਹਾਂ ਦੇ ਵਿੱਚ ਮੈਂ ਅੱਜ ਫਸਿਆ ਹੋਇਆ ਆਮੇਨ ਇਹ ਜ਼ਰੂਰੀ ਆ ਕਿ ਆਪਾਂ ਇਹ ਚੀਜ਼ਾਂ ਆਪਣੇ ਆਪ ਨੂੰ ਕਹਿਣੀਆਂ ਨੇ ਆਪਣੇ ਮਨ ਦੇ ਨਾਲ ਗੱਲ ਕਰਨੀ ਆ ਜਿਹੜੀਆਂ ਮਨ ਦੀਆਂ ਸੋਚਾਂ ਨੇ ਉਹਨਾਂ ਨੂੰ ਥਾਂ ਨਹੀਂ ਦੇਣੀ ਜੋ ਤੁਹਾਨੂੰ ਕਹਿ ਰਹੇ ਨੇ ਕਿ ਨਹੀਂ ਹੋ ਸਕਦਾ ਫਸ ਗਿਆ ਹੁਣ ਤੇ ਤਾਂ ਕੁਝ ਵੀ ਨਹੀਂ ਹੋਣਾ ਨਾ ਸਾਡਾ ਪਰਮੇਸ਼ਰ ਵੱਡਾ ਪਰਮੇਸ਼ਵਰ ਆ ਉਹ ਕੁਝ ਵੀ ਕਰ ਜਾਣ ਦੀ ਸ਼ਕਤੀ ਰੱਖਦਾ ਆ ਆਮੇਨ ਤੇ ਇਹ ਸਾਡਾ ਵਿਸ਼ਵਾਸ ਆ ਇਸ ਨੂੰ ਆਪਾਂ ਗੱਠ ਬੰਨ ਲਈਏ ਪੱਲੇ ਬੰਨ ਲਈਏ ਇਸ ਗੱਲ ਨੂੰ ਭਾਵੇਂ ਕੁਝ ਵੀ ਹੋ ਜਵੇ ਸਾਡਾ ਪਰਮੇਸ਼ਵਰ ਸਾਡੇ ਨਾਲ ਆ ਕਿਉਂਕਿ ਇਹ ਉਹਦਾ ਵਾਅਦਾ ਆ ਕਿ ਤੂੰ ਭਾਵੇਂ ਡੂੰਘਿਆਂ ਪਾਣੀਆਂ ਥਾਈਂ ਦੀ ਜਾਵੇਂ ਮੈਂ ਤੇਰੇ ਨਾਲ ਹੋਊਗਾ ਭਾਵੇਂ ਅੱਗ ਥਾਈਂ ਦੀ ਨਿਕਲੇ ਮੈਂ ਤੇਰੇ ਨਾਲ ਹੋਊਗਾ ਤੂਫਾਨਾਂ ਥਾਈਂ ਦੀ ਆਪਾਂ ਕਿੱਥੋਂ ਵੀ ਨਿਕਲੀਏ ਮੌਤ ਦੀ ਵਾਦੀ ਤੱਕ ਵੀ ਨਿਕਲ ਜਾਈਏ ਪਰਮੇਸ਼ਵਰ ਦਾ ਵਾਅਦਾ ਆ ਕਿ ਉਹ ਕਹਿੰਦਾ ਆ ਕਿ ਉਹ ਆਪਣੇ ਨਾਲ ਹੋਊਗਾ ਆਮੇਨ ਇਸ ਚੀਜ਼ ਨੂੰ ਆਪਾਂ ਹਮੇਸ਼ਾ ਯਾਦ ਰੱਖੀਏ ਤੇ ਆਪਾਂ ਕਹੀਏ ਬਲੈਸ ਦਾ ਲੋਰਡ ਓ ਮਾਈ ਸੋਲ ਐ ਮੇਰੇ ਮਨ ਪਰਮੇਸ਼ਵਰ ਨੂੰ ਧੰਨ ਕਹਿ ਹਾਲੇਲੂਇਆ ਇਸ ਦੇ ਨਾਲ ਹੀ ਹੁਣ ਆਪਾਂ ਤੀਸਰੀ ਵਰਸ ਪੜ੍ਹਦੇ ਹੈਗੇ ਆ 103 ਭਜਨ ਦੀ ਹੋਈ ਤੀਸਰੀ ਵਰਸ ਦੇ ਵਿੱਚ ਲਿਖਿਆ ਹੈਗਾ who forgives all your sins and heal all your diseases amen उन सब पापों के लिए परमेश्वर हमको क्षमा करता है जिनको हम करते हैं हमारी सब व्याधि को वह ठीक करता है आमेन हालेलुया अपने पापां नू परमेश्वर माफ करदा है आमेन ਜਦੋਂ ਆਪਾਂ ਨੂੰ ਪਤਾ ਹੈ ਆਪਾਂ ਨੂੰ ਇਹ ਜੀ ਇੱਕ ਸ਼ਾਂਤੀ ਆਪਣੇ ਮਨ ਦੇ ਵਿੱਚ ਆ ਜਾਂਦੀ ਆ ਕਿ ਪਰਮੇਸ਼ਵਰ ਜਦੋਂ ਸਾਡੇ ਤੋਂ ਕੋਈ ਗਲਤੀ ਹੁੰਦੀ ਆ ਫਿਰ ਅਸੀਂ ਮਾਫੀ ਮੰਗਦੇ ਆ ਪਰਮੇਸ਼ਵਰ ਆਪਣੇ ਪਾਪਾਂ ਨੂੰ ਮਾਫ ਕਰਦਾ ਹੈ ਆਮੇਨ ਪਰ ਉਹੀ ਉਮੀਦ ਪਰਮੇਸ਼ਵਰ ਆਪਾਂ ਤੋਂ ਵੀ ਰੱਖਦਾ ਆ ਕਿ ਜੇ ਕਿਸੇ ਨੇ ਕੁਝ ਆਪਣੇ ਖਿਲਾਫ ਕੀਤਾ ਆ ਤਾਂ ਆਪਾਂ ਉਹਨਾਂ ਨੂੰ ਮਾਫ ਕਰ ਸਕੀਏ ਆਮੇਨ ਇਟਸ ਵੈਰੀ ਇੰਪੋਰਟੈਂਟ ਟੂ ਨੋ that God wants us to do the same thing if God is forgiving us so he wants us to forgive as well
others if somebody has done something wrong in our life. Amen. So we're gonna see in Matthew 18:23 to 33 there's a story. Matthew ਦੇ 18 ਤੋਂ 23 ਤੋਂ 33 ਤੱਕ ਇੱਕ ਕਹਾਣੀ ਹੈਗੀ ਆ, ਹੈ ਨਾ। ਇਹ ਤੁਸੀਂ ਆਪਣੇ ਟਾਈਮ ਤੇ ਪੜ੍ਹ ਸਕਦੇ ਹੋ, ਪਰ ਆਪਾਂ ਥੋੜਾ ਜਿਹਾ ਵੇਰਵਾ ਇਹਦਾ ਜਿੱਦਾਂ ਕਹਿੰਦੇ ਪਾਉਂਦੇ ਹੈਗੇ ਆ ਕਿ ਜਿਹਦਾ ਇੱਕ ਰਾਜਾ ਸੀਗਾ ਤੇ ਉਸ ਰਾਜੇ ਨੇ ਕਿਹਾ ਵੀ ਹੁਣ ਜਿੰਨੇ ਵੀ ਲੋਕਾਂ ਨੇ ਮੈਨੂੰ ਜਿਹੜੇ ਵੀ ਮੇਰੇ ਕਰਜ਼ੇ ਥੱਲੇ ਨੇ ਉਹ ਸਾਰਿਆਂ ਦਾ ਟਾਈਮ ਆ ਗਿਆ ਮੈਨੂੰ ਕਰਜ਼ੇ ਪੂਰੇ ਕੰਪਲੀਟ ਪੇ ਕਰਨ, ਹੈ ਨਾ। ਤੇ ਜਿਹੜਾ ਇੱਕ ਉਹਦਾ ਸਰਵੈਂਟ ਸੀਗਾ ਉਹ ਕਹਿੰਦਾ ਆ ਕਿ ਵੀ ਪਰਮੇਸ਼ਵਰ ਵੀ ਰਾਜੇ ਵੀ ਮੇਤੋਂ ਤਾਂ ਹਜੇ ਉਹ ਕਰਜ਼ਾ ਪੂਰਾ ਪੇ ਨਹੀਂ ਹੋਣਾ, ਮੈਂ ਤਾਂ ਬਹੁਤ ਜ਼ਿਆਦਾ ਮੁਸ਼ਕਿਲ 'ਚ ਆ, ਮੇਤੋਂ ਤਾਂ ਇਹ ਨਹੀਂ ਹੋਣਾ। ਉਹ ਤਾਂ ਰੋਣ ਲੱਗ ਗਿਆ, ਉਹ ਤਾਂ ਵੀ ਤੂੰ ਮੈਨੂੰ ਹੋਰ ਮਹੌਲਤ ਦੇ ਵੀ ਮੈਂ ਥੋੜਾ ਜਿਹਾ ਹੋਰ ਕੰਮ ਫਟਾਫਟ ਕਰਕੇ ਉਹ ਮੈਂ ਤੇਰੇ ਕਰਜ਼ੇ ਪੇ ਕਰ ਸਕਾਂ, ਕਿਉਂਕਿ ਮੈਂ ਹਜੇ ਨਹੀਂ ਅੱਜ ਨਹੀਂ ਮੈਂ ਪੇ ਕਰ ਸਕਦਾ। ਉਹ ਰੋਣ ਲੱਗ ਗਿਆ ਕਿਉਂਕਿ ਉਹਨੂੰ ਹੁਣ ਸਜ਼ਾ ਮਿਲਣੀ ਆ। ਉਹ ਪੈਰ ਹੀ ਪੈ ਗਿਆ ਰਾਜੇ ਦੇ ਕਿ ਵੀ ਮੈਨੂੰ ਪਲੀਜ਼ ਮੇਰੀ ਮਦਦ ਕਰ ਤੇ ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ। ਤੇ ਰਾਜੇ ਨੇ ਕੀ ਕੀਤਾ, ਰਾਜੇ ਨੇ ਉਹਦਾ ਰੋਣਾ ਧੋਣਾ ਦੇਖ ਕੇ ਉਸ ਦੇ ਜਿੰਨੇ ਵੀ ਕਰਜ਼ੇ ਸੀਗੇ ਉਹ ਸਾਰੇ ਮਾਫ ਕਰ ਦਿੱਤੇ। ਵਾਓ, ਉਹਨੇ ਸਾਰੇ ਕਰਜ਼ੇ ਮਾਫ ਕਰ ਦਿੱਤੇ ਤੇ ਉਹਨੇ ਕਿਹਾ ਵੀ ਜਾ ਤੇਰੇ ਸਾਰੇ ਕਰਜ਼ੇ ਮਾਫ, ਹੈ ਨਾ। ਤੇ ਉਸ ਤੋਂ ਬਾਅਦ ਉਸ ਕਹਾਣੀ ਦੇ ਵਿੱਚ ਆਪਾਂ ਥੋੜਾ ਜਿਹਾ ਅੱਗੇ ਦੇਖਦੇ ਹਾਂ, 30 ਦੇ ਵਿੱਚ ਦੇਖਦੇ ਹੈਗੇ ਆ ਕਿ ਹੁਣ ਉਹੀ ਜਿਹੜਾ ਸੇਵਕ ਹੈਗਾ ਆ ਜਿਸ ਦੇ ਸਾਰੇ ਕਰਜ਼ੇ ਮਾਫ ਹੋ ਗਏ ਸੀ, ਹੁਣ ਉਹਦੇ ਵੀ ਥੱਲੇ ਜਿੱਦਾਂ ਕਹਿ ਲਓ ਇੱਕ ਹੋਰ ਉਹਦਾ ਸੇਵਕ ਹੈਗਾ ਆ ਤੇ ਹੁਣ ਉਸ ਨੇ ਵੀ ਇਹ ਤੋਂ ਕਰਜ਼ੇ ਲਿੱਤੇ ਹੋਏ ਨੇ, ਜਿਹੜਾ ਸਰਵੈਂਟ ਸੀਗਾ, ਹੈ ਨਾ। ਤੇ ਇਸ ਸਰਵੈਂਟ ਤੋਂ ਹੁਣ ਉਹ ਕਹਿੰਦਾ ਆ ਕਿ ਹਾਂ ਭਾਈ ਹੁਣ ਤੇਰਾ ਜਿਹੜਾ ਵੀ ਕੋਈ ਕਰਜ਼ਾ ਵਗੈਰਾ ਹੈਗਾ ਆ ਉਹ ਤੂੰ ਮੈਨੂੰ ਪੇ ਕਰ ਦੇ, ਹੈ ਨਾ। ਤੇ ਹੁਣ ਉਹੀ ਗੱਲ ਇੱਥੇ ਹੋ ਗਈ, ਉਹ ਜਿਹੜਾ ਵਿਚਾਰਾ ਛੋਟਾ ਗਰੀਬ ਬੰਦਾ ਉਹ ਕਹਿੰਦਾ ਵੀ ਮੇਤੋਂ ਤਾਂ ਹਜੇ ਪੇ ਨਹੀਂ ਹੋਣੇ, ਮੈਂ ਤਾਂ ਬਹੁਤ ਮੁਸੀਬਤ 'ਚ ਆ ਤੇ ਵੀ ਪਲੀਜ਼ ਤੂੰ ਮੈਨੂੰ ਥੋੜਾ ਜਿਹਾ ਟਾਈਮ ਹੋਰ ਦੇ ਵੀ ਮੈਂ ਪੇ ਕਰ ਦੂੰਗਾ। ਤੇ ਇਹ ਜਿਹੜਾ ਸਰਵੈਂਟ ਸੀਗਾ ਇਹ ਤਾਂ ਬਿਲਕੁਲ ਨੋ ਕਹਿੰਦਾ, ਬਿਲਕੁਲ ਵੀ ਨਹੀਂ ਮਾਫੀ ਮਿਲਣੀ, ਇਹ ਤਾਂ ਜਿਹੜੇ ਤੂੰ ਲਿੱਤਾ ਆ ਜਾਂ ਜੋ ਵੀ ਕਰਜ਼ੇ ਨੇ ਇਹ ਤਾਂ ਪੱਕਾ ਤੈਨੂੰ ਪੇ ਕਰਨੇ ਹੀ ਪੈਣੇ ਨੇ, ਵੀ ਕੋਈ ਵੀ ਮਾਫੀ ਦੀ ਗੁੰਜਾਇਸ਼ ਨਹੀਂ ਗੀ। ਤੇ ਜਦੋਂ ਲੋਕਾਂ ਨੇ ਇਹ ਚੀਜ਼ ਸੁਣੀ ਤੇ ਲੋਕਾਂ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਰਾਜਿਆ ਵੀ ਤੂੰ ਐਡਾ ਵੱਡਾ ਕਰਜ਼ਾ ਇਸ ਬੰਦੇ ਦਾ ਮਾਫ ਕੀਤਾ ਤੇ ਇਸ ਬੰਦੇ ਤੋਂ ਅੱਗੇ ਬੰਦੇ ਦਾ ਇੱਕ ਛੋਟਾ ਜਿਹਾ ਕਰਜ਼ਾ ਵੀ ਨਹੀਂ ਮਾਫ ਹੋਇਆ। ਤੇ ਰਾਜੇ ਨੂੰ ਬਹੁਤ ਗੁੱਸਾ ਚੜਿਆ ਤੇ ਉਹਨੂੰ ਸਜ਼ਾ ਮਿਲੀ, ਹੈ ਨਾ। ਤੇ ਇੱਥੇ ਵੀ ਪਰਮੇਸ਼ਵਰ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਉਹ ਆਪਣੇ ਜਿਹੜੇ ਪਾਪ ਨੇ ਉਹ ਮਾਫ ਕਰਦੇ ਨੇ ਤੇ ਉਹ ਉਮੀਦ ਕਰਦੇ ਨੇ ਆਪਾਂ ਤੋਂ ਕਿ ਆਪਾਂ ਵੀ ਦੂਜਿਆਂ ਦੇ ਪਾਪ ਮਾਫ ਕਰੀਏ, ਹੈ ਨਾ। ਤਾਂ ਕਿ ਇਹ ਜ਼ਰੂਰੀ ਆ ਕਿ ਆਪਾਂ ਜਿਹੜਾ ਰਾਜੇ ਦੇ ਸਰਵੈਂਟ ਨੇ ਕੀਤਾ ਆਪਾਂ ਇਹ ਨਾ ਕਰੀਏ ਕਿ ਹਾਂ ਪਰਮੇਸ਼ਵਰ ਨੇ ਸਾਡੇ ਪਾਪ ਤਾਂ ਮਾਫ ਕਰਤੇ ਨੇ, ਪਰ ਜਿਹੜੇ ਅੱਗੇ ਜਿਹੜੇ ਲੋਕਾਂ ਨੇ ਸਾਨੂੰ ਕਿਹਾ ਜਾਂ ਕੁਛ ਕੀਤਾ ਸਾਡੇ ਖਿਲਾਫ ਵੀ ਅਸੀਂ ਉਹਨਾਂ ਨੂੰ ਮਾਫ ਨਹੀਂ ਕਰ ਸਕਦੇ। ਇਹ ਗਲਤ ਗੱਲ ਹੈ ਨਾ। ਇਹ ਜ਼ਰੂਰੀ ਆ ਕਿ ਆਪਾਂ ਵੀ ਦੂਜਿਆਂ ਨੂੰ ਉਹੀ ਭਲਾਈ ਦਿਖਾਈਏ ਜੋ ਪਰਮੇਸ਼ਵਰ ਨੇ ਆਪਾਂ ਨੂੰ, ਉਹੀ ਦਇਆ ਦਿਖਾਈਏ ਜੋ ਪਰਮੇਸ਼ਵਰ ਨੇ ਆਪਾਂ ਨੂੰ ਦਿਖਾਈ ਹੈ ਤੇ ਆਪਾਂ ਨੂੰ ਬਰਕਤ ਦਿੱਤੀ ਹੈ। ਆਮੇਨ। ਤੇ ਜ਼ਰੂਰੀ ਆ ਕਿ ਦਾਊਦ ਜਿੱਦਾਂ ਉਹ ਕਹਿੰਦਾ ਸੀ ਹਮੇਸ਼ਾ ਕਿ ਮੇਰੇ ਤੋਂ ਕੁਛ ਵੀ ਇਹੋ ਜਿਹਾ ਨਾ ਹੋ ਜਾਵੇ ਕਿ ਪਰਮੇਸ਼ਵਰ ਦਾ ਰੂਹ ਮੇਰੇ ਤੋਂ ਦੂਰ ਚਲਿਆ ਜਾਵੇ, ਹੈ ਨਾ। ਤੇ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਵੀ ਏਦਾਂ ਆਪਣੀ ਵਿਲ ਪਾਵਰ ਨੂੰ ਤਕੜਾ ਰੱਖੀਏ। ਜੇ ਆਪਾਂ ਨੂੰ ਕਿਸੇ ਨੂੰ ਮਾਫ ਕਰਨਾ ਪਊਗਾ ਤਾਂ ਕਰੀਏ ਆਪਾਂ, ਕਿਉਂਕਿ ਵੀ ਆਪਾਂ ਪਰਮੇਸ਼ਵਰ ਤੋਂ ਦੀਆਂ ਬਰਕਤਾਂ ਤੋਂ ਦੂਰ ਨਾ ਹੋ ਜਾਈਏ, ਖੁੰਝ ਨਾ ਜਾਈਏ, ਹੈ ਨਾ। ਆਮੇਨ। ਇਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ ਵਰਸ 4 ਦੇ ਵਿੱਚ, ਉਸ ਤੋਂ ਅੱਗੇ 103 ਦੀ 4 ਜਿਹੜੀ ਹੈਗੀ ਆ ਉਹਦੇ ਵਿੱਚ ਆਪਾਂ ਇਸ ਵੇਲੇ ਆਪਣਾ ਜਿਹੜਾ ਵਚਨ ਹੈਗਾ ਆ ਉਹ ਹੈਗਾ ਆ ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ। ਆਮੇਨ। ਇਹ ਆਪਣਾ ਅੱਜ ਦਾ ਵਚਨ ਹੈਗਾ ਤੇ ਤਾਂ ਕਰਕੇ ਆਪਾਂ ਸਾਮਸ ਦੀ ਬੁੱਕ ਦਾ 103 ਦੇ ਪਹਿਲੇ 4 ਵਰਸਿਸ ਆਪਾਂ ਪੜ੍ਹ ਰਹੇ ਹੈਗੇ ਆ ਤੇ ਆਪਾਂ 1 2 3 ਆਪਾਂ ਕੀਤੇ ਹੈਗੇ ਨੇ ਤੇ ਆਪਾਂ ਕਹਿ ਰਹੇ ਹੈਗੇ ਆ ਕਿ ਹਾਂ ਇਹ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹ ਆਪਣੀ ਰੈਜ਼ੋਲੂਸ਼ਨ ਬਣਾਈਏ ਕਿ ਹਾਂ ਕਿ ਮੈਂ ਆਪਣੀ ਜਿਹੜੀ ਵਿਲ ਪਾਵਰ ਆ ਉਹਨੂੰ ਇੰਨਾ ਤਕੜਾ ਕਰੂੰਗਾ ਜੇ ਮੈਨੂੰ ਕੁਝ ਵੀ ਕਰਨਾ ਪਊਗਾ ਕਿ ਮੈਂ ਪਰਮੇਸ਼ਵਰ ਦੇ ਰਾਹ ਦੇ ਵਿੱਚ ਚੰਗੀ ਤਰ੍ਹਾਂ ਤੁਰ ਸਕਾਂ। ਕੋਈ ਵੀ ਚੀਜ਼ ਮੈਨੂੰ ਆਪਣੀ ਜ਼ਿੰਦਗੀ ਚੋਂ ਕੱਢਣੀ ਪਊਗੀ ਜਾਂ ਆਪਣੀਆਂ ਸੋਚਾਂ ਬਦਲਣੀਆਂ ਪੈਣਗੀਆਂ ਤਾਂ ਮੈਂ ਉਹ ਕਰੂੰ ਤਾਂ ਕਰਕੇ ਮੈਂ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਹੋਰ ਵੱਧ ਸਕਾਂ। ਆਮੇਨ। ਇਹ ਅੱਜ ਦਾ ਵਚਨ ਹੈਗਾ, ਇਹ ਆਪਾਂ ਸੁਣ ਰਹੇ ਹੈਗੇ ਆ। ਤੇ ਇਸ ਤੋਂ ਅੱਗੇ ਜਿਹੜਾ 103 ਦਾ 4 ਹੈਗਾ ਆ ਉਹਦੇ ਵਿੱਚ ਲਿਖਿਆ ਹੈਗਾ ਆ who redeems your life from the pit and crowns you with love and compassion. Hallelujah.
हालेलुया। परमेश्वर हमारे प्राण को कब्र से बचाता है और वह हमें प्रेम और करुणा देता है। आमीन, हालेलुया। ਤੇ ਉਹ ਆਪਾਂ ਨੂੰ ਕਿੱਥੋਂ ਕਿੱਥੋਂ ਕੱਢਦਾ ਆ, ਪਰਮੇਸ਼ਵਰ ਕਿੱਥੋਂ ਕਿੱਥੋਂ ਕੱਢਦਾ ਆ। ਦਾਊਦ ਨੇ, ਜਿਹੜਾ ਦਾਊਦ ਸੀਗਾ, ਉਹਦੀ ਜ਼ਿੰਦਗੀ ਦੇ ਵਿੱਚ ਇੰਨੇ ਉਤਾਰ ਚੜਾਅ ਆਏ ਪਰ ਉਹਦੇ ਰਿਡੀਮਰ ਨੇ ਉਹਨੂੰ ਕਦੇ ਵੀ ਛੱਡਿਆ ਨਹੀਂ। ਮੈਨ, ਹਾਲੇਲੂਇਆ। ਉਹਦੇ ਰਿਡੀਮਰ, ਆਪਣਾ ਵੀ ਰਿਡੀਮਰ ਜਿਹੜਾ ਹੈਗਾ ਹੈ, ਆਪਣੀ ਜ਼ਿੰਦਗੀ 'ਚ ਭਾਵੇਂ ਕੁਛ ਵੀ ਹੋਵੇ, ਉਹ ਆਪਾਂ ਨੂੰ ਕਦੇ ਛੱਡਦਾ ਨਹੀਂਗਾ। ਮੈਨ, who redeems your life from the pit, ਉਹਨੇ ਆਪਾਂ ਨੂੰ ਕਿੱਥੋਂ ਕਿੱਥੋਂ ਕੱਢਿਆ ਪਰ ਉਹ ਆਪਾਂ ਨੂੰ ਕਦੇ ਛੱਡਦਾ ਨਹੀਂਗਾ, ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਵੀ ਹੋ ਜਾਵੇ। ਤਾਂ ਕਰਕੇ ਇਹ ਜ਼ਰੂਰੀ ਆ ਕਿ ਆਪਾਂ ਅੱਗੇ ਵੱਧਦੇ ਜਾਈਏ। ਆਪਾਂ ਨੂੰ ਜਿਹੜੀਆਂ ਚੀਜ਼ਾਂ ਡਿਸਟਰਬ ਕਰ ਰਹੀਆਂ ਨੇ, ਆਪਾਂ ਨੂੰ ਜਿੱਦਾਂ ਕਹਿ ਲਓ ਵੀ ਆਪਣਾ ਧਿਆਨ ਵੰਡਵਾ ਰਹੀਆਂ ਨੇ ਜਿਹੜੀਆਂ ਚੀਜ਼ਾਂ, ਉਹਨਾਂ ਤੋਂ ਆਪਾਂ ਦੂਰ ਰਹੀਏ। ਤਾਂ ਕਰਕੇ ਆਪਾਂ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਲੱਗੇ ਰਹੀਏ। ਮੈਨ, ਹਾਲੇਲੂਇਆ। ਪਰਮੇਸ਼ਵਰ ਨੇ ਆਪਾਂ ਨੂੰ ਫੁੱਲ ਕੰਟਰੋਲ ਦਿੱਤਾ ਹੋਇਆ ਆ ਆਪਣੀ ਵਿਲ ਦਾ। ਆਪਣੀ ਜੋ ਇੱਛਾ ਆ ਉਹ ਪੂਰੀ ਤਰ੍ਹਾਂ ਦੇ ਨਾਲ ਆਪਣੇ ਹੱਥ ਦੇ ਵਿੱਚ ਹੈਗੀ ਆ। ਤਾਂ ਕਰਕੇ ਜ਼ਰੂਰੀ ਆ ਕਿ ਆਪਾਂ ਕਿਸੇ ਨੂੰ ਕਰਸ ਨਾ ਕਰੀਏ ਬਲਕਿ ਬਲੈਸ ਕਰੀਏ। ਤਾਂ ਕਰਕੇ ਪਰਮੇਸ਼ਵਰ ਦੀ ਜਿਹੜੀ ਨਿਗਾਹ ਆ, ਉਹਦੀ ਮਿਹਰ ਭਰੀ ਨਿਗਾਹ ਆ ਜਿਹੜੀ, ਉਹ ਆਪਣੇ ਤੇ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਬਣੀ ਰਹੇ। ਮੈਨ, ਨਾਲੇ ਆਪਾਂ ਤਾਂ ਪਰਮੇਸ਼ਵਰ ਦੇ ਖੂਨ ਖਰੀਦੇ ਆ। ਆਪਾਂ ਤਾਂ ਉਹ ਲੋਕ ਆ ਜਿਹੜੇ ਬੁਲਾਏ ਹੋਏ ਆ ਤੇ ਆਪਾਂ ਨੂੰ ਪਰਮੇਸ਼ਵਰ ਕਹਿੰਦਾ ਆ ਕਿ ਆਪਾਂ ਉਹ ਕਰੀਏ। ਤਾਂ ਕਰਕੇ ਜਿਹੜਾ ਵਚਨ ਆ, ਜਿਹੜੀ ਗੁੱਡ ਨਿਊਜ਼ ਆ, ਉਹ ਦੂਰ ਦੂਰ ਤੱਕ ਪਹੁੰਚ ਸਕੇ। ਮੈਨ, ਪਰਮੇਸ਼ਵਰ ਆਪਾਂ ਨੂੰ ਯੂਜ਼ ਕਰ ਰਿਹਾ ਕਿ ਜਿਹੜੀ ਗੁੱਡ ਨਿਊਜ਼ ਆ, ਪਰਮੇਸ਼ਵਰ ਦਾ ਵਚਨ ਆ, ਉਹ ਆਪਾਂ ਪ੍ਰਚਾਰ ਕਰ ਸਕੀਏ, ਦੂਰ ਦੂਰ ਤੱਕ ਲੋਕਾਂ ਨੂੰ ਇਹ ਸੁਨੇਹਾ ਦੇ ਸਕੀਏ ਕਿ ਪਰਮੇਸ਼ਵਰ ਯਿਸੂ ਮਸੀਹ ਜਿਉਂਦੇ ਪਰਮੇਸ਼ਵਰ ਨੇ, ਕਿ ਆਪਣੇ ਦਿਲ ਖੋਲੋ ਤੇ ਪਰਮੇਸ਼ਵਰ ਯਿਸੂ ਮਸੀਹ ਨੂੰ ਸਵੀਕਾਰ ਕਰੋ। ਆਮੀਨ। ਆਪਾਂ ਤਾਂ ਬਲੈਸ ਕਰਨ ਵਾਲੇ ਲੋਕ ਆ, ਆਪਾਂ ਕਰਸ ਕਰਨ ਵਾਲੇ ਲੋਕ ਨਹੀਂ ਗੇ। ਆਮੀਨ, ਹਾਲੇਲੂਇਆ। ਇਹ ਆਪਾਂ ਆਪਣੇ ਆਪ ਨੂੰ ਸਮਝਾਉਣਾ ਆ, ਵਿਲ ਪਾਵਰ ਦੇ ਨਾਲ ਇਹ ਗੱਲ ਬਣਨੀ ਆ। ਕਿਉਂਕਿ ਕਈ ਵਾਰੀ ਜੋ ਲੋਕ ਆਪਾਂ ਨੂੰ ਨਹੀਂ ਬਹੁਤ ਠੀਕ ਲੱਗਦੇ, ਫਿਰ ਉਹਨਾਂ ਨੂੰ ਆਪਾਂ ਬਲੈਸ ਨਹੀਂ ਕਰਦੇ, ਫਿਰ ਆਪਾਂ ਕਹਿੰਦੇ ਆ ਚੱਲ ਜੋ ਵੀ ਹੁੰਦਾ ਹੋਈ ਜਾਵੇ। ਨੋ ਨੋ ਨੋ, ਆਪਾਂ ਉਹਨਾਂ ਦੀ ਜ਼ਿੰਦਗੀ 'ਚ ਵੀ ਜੇ ਕੁਝ ਖਰਾਬ ਹੋ ਰਿਹਾ, ਆਪਾਂ ਕੈਂਸਲ ਕਰਨਾ ਹੈ। ਆਪਾਂ ਕਹਿਣਾ ਨੋ ਪਰਮੇਸ਼ਵਰ, ਇਹਨਾਂ ਨੂੰ ਤੂੰ ਬਰਕਤ ਦੇ, ਬਰਕਤ ਦੇ ਤੂੰ ਉਹਨਾਂ ਲੋਕਾਂ ਨੂੰ ਵੀ। ਉਹ ਪਰਿਵਾਰ ਦੇ ਰਿਸ਼ਤੇਦਾਰ ਹੋ ਸਕਦੇ ਨੇ ਆਪਣੇ, ਕੋਈ ਜਿਨ੍ਹਾਂ ਨੇ ਆਪਾਂ ਨੂੰ ਪੁਰਾਣੇ ਟਾਈਮ 'ਚ ਜਾਂ ਜਦੋਂ ਆਪਾਂ ਪਰਮੇਸ਼ਵਰ 'ਚ ਆਏ ਆ, ਕੁਛ ਉੱਪਰ ਨੀਚਾ ਹੋਇਆ, ਜੋ ਵੀ ਕੁਛ ਹੋ ਸਕਦਾ ਆ, ਪਰ ਆਪਾਂ ਉਹਨਾਂ ਨੂੰ ਵੀ ਬਰਕਤ ਦੇਣੀ ਹੈ। ਆਮੀਨ। ਆਪਾਂ ਉਹਨਾਂ ਨੂੰ ਵੀ ਬਲੈਸ ਕਰਨਾ ਆ, ਕਿਉਂਕਿ ਪਰਮੇਸ਼ਵਰ ਨੇ ਆਪਾਂ ਨੂੰ ਐਸ ਕਰਕੇ ਬੁਲਾਇਆ ਆ। ਤਾਂ ਕਰਕੇ ਆਪਾਂ ਜਿਹੜਾ ਪਿਆਰ ਆ ਪਰਮੇਸ਼ਵਰ ਦਾ, ਉਹ ਵੰਡ ਸਕੀਏ। ਪਿਆਰ ਤੇ ਕੰਪੈਸ਼ਨ, ਪਰਮੇਸ਼ਵਰ ਦਾ ਵਚਨ ਕਹਿੰਦਾ ਆ, ਜਿੱਦਾਂ ਪਰਮੇਸ਼ਵਰ ਨੇ ਪਿਆਰ ਤੇ ਕੰਪੈਸ਼ਨ ਦਿਖਾਈ ਆਪਾਂ ਨੂੰ, ਉਦਾਂ ਹੀ ਆਪਾਂ ਵੀ ਪਿਆਰ ਤੇ ਕੰਪੈਸ਼ਨ ਦਿਖਾਣੀ ਆ। ਇਸ ਤੋਂ ਵੱਧ ਕੇ ਕੀ ਪਿਆਰ ਕਿ ਪਰਮੇਸ਼ਵਰ ਨੇ ਆਪਣਾ ਇਕਲੌਤਾ ਪੁੱਤਰ ਭੇਜ ਦਿੱਤਾ ਆਪਣੇ ਲਈ, ਕਿ ਜੋ ਵੀ ਕੋਈ ਉਸ ਦੇ ਵਿੱਚ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਆਮੀਨ, ਹਾਲੇਲੂਇਆ। ਇਸ ਤੋਂ ਵੱਧ ਕੇ ਕੀ ਪਿਆਰ, ਤੇ ਪਰਮੇਸ਼ਵਰ ਆਪਾਂ ਨੂੰ ਵੀ ਕਹਿੰਦਾ ਆ ਕਿ ਆਪਾਂ ਵੀ ਉਹੀ ਪਿਆਰ ਜੋ ਪਰਮੇਸ਼ਵਰ ਦਾ ਆ ਉਹ ਦੂਜਿਆਂ ਦੇ ਨਾਲ ਸਾਂਝਾ ਕਰੀਏ। ਆਮੀਨ, ਹਾਲੇਲੂਇਆ। ਤੇ ਇਹ ਜ਼ਰੂਰੀ ਆ ਕਿ ਆਪਾਂ ਅੱਗੇ ਵੱਧਦੇ ਜਾਈਏ, ਕਿਤੇ ਆਪਾਂ ਆਪਣੀ ਮੈਂ ਜਾਂ ਆਪਣੇ ਅਹੰਕਾਰ ਦੇ ਵਿੱਚ ਆਪਣੀਆਂ ਬਰਕਤਾਂ ਨਾ ਗਵਾ ਬੈਠੀਏ। ਆਮੀਨ। ਆਪਾਂ ਕਹੀਏ, ਆਪਾਂ ਆਪਣੇ ਆਪ ਨੂੰ ਕਹੀਏ ਕਿ ਐ ਮੇਰੇ ਮਨ ਪਰਮੇਸ਼ਵਰ ਦੇ ਵਿੱਚ ਵੱਧਦਾ ਜਾ, ਐ ਮੇਰੇ ਮਨ ਗੁੱਸਾ ਨਾ ਕਰ, ਐ ਮੇਰੇ ਮਨ ਪਰਮੇਸ਼ਵਰ ਦੇ ਵਿੱਚ ਭਰੋਸਾ ਰੱਖ, ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਐ ਮੇਰੇ ਮਨ ਕਿ ਪਰਮੇਸ਼ਵਰ ਤੇਰੇ ਵਿੱਚ ਵੱਧਦਾ ਜਾਵੇ ਤੇ ਤੂੰ ਘਟਦਾ ਜਾ। ਇਹ ਜ਼ਰੂਰੀ ਆ ਕਿ ਲਗਾਤਾਰ ਆਪਾਂ ਆਪਣੇ ਆਪ ਨੂੰ ਆਪਣੀ ਵਿਲ ਪਾਵਰ ਦੇ ਨਾਲ ਇਹ ਗੱਲਾਂ ਕਹਿੰਦੇ ਜਾਈਏ, ਤਾਂ ਕਰਕੇ ਜਿਹੜਾ ਆਪਣਾ ਮਨ ਆ ਉਹ ਟ੍ਰੇਨ ਹੁੰਦਾ ਜਾਵੇ। ਜ਼ਰੂਰੀ ਆ ਕਿ ਆਪਾਂ ਆਪਣੇ ਮਨ ਨੂੰ ਟ੍ਰੇਨ ਕਰੀਏ ਕਿ ਕਿੱਦਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਣੇ ਮਨ ਦੇ ਵਿੱਚ ਸੈੱਟ ਬੈਠ ਸਕਣ। ਤਾਂ ਕਰਕੇ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਆਉਂਦੀ ਆ ਵੀ ਉਹ ਤੋਂ ਖਿਲਾਫ ਜਾਂਦੀ ਆ, ਆਪਣਾ ਮਨ ਜਾਣ ਜਾਊਗਾ ਕਿ ਨਹੀਂ ਇਹ ਚੀਜ਼ ਆਪਾਂ ਨਹੀਂ ਕਰਨੀ ਹੈ ਨਾ। ਆਮੀਨ। ਉਸ ਤੋਂ ਬਾਅਦ ਪਾਵਰ ਆਫ ਲੈਂਗੁਏਜ, ਜਿਹੜੀ ਜ਼ੁਬਾਨ ਦੀ ਸ਼ਕਤੀ ਆ, ਇਸ ਦਾ ਆਪਾਂ ਨੂੰ ਪਤਾ ਆ ਕਿ ਵਚਨ ਵੀ ਦੱਸਦਾ ਆ ਕਿ ਜ਼ੁਬਾਨ ਦੇ ਵਿੱਚ ਬਹੁਤ ਸ਼ਕਤੀ ਆ, ਕਿ ਆਪਣਾ ਜਿਹੜੀ ਜ਼ੁਬਾਨ ਆ ਉਹ ਜੋ ਕਹਿੰਦੀ ਆ ਉਹ ਹੋ ਜਾਂਦਾ ਆ, ਹੈ ਨਾ। ਤੇ ਆਪਾਂ ਨੂੰ ਜ਼ਰੂਰੀ ਆ ਕਿ ਆਪਾਂ ਆਪਣੀ ਜ਼ੁਬਾਨ ਚੋਂ ਕੁਝ ਵੀ ਕੱਢਣ ਤੋਂ ਪਹਿਲਾਂ ਆਪਾਂ ਆਪਣੇ ਮਨ ਦੇ ਨਾਲ ਗੱਲ ਕਰੀਏ। ਜੇ ਮਨ ਦੇ ਵਿੱਚ ਉਸ ਵੇਲੇ ਕੁਝ ਵੀ ਗਲਤ ਚੱਲ ਰਿਹਾ
ਕਿਹਾ ਆ ਸੋਚਾਂ ਜਿਹੜੀਆਂ ਨੇ ਉਹ ਗਲਤ ਚੱਲ ਰਹੀਆਂ ਨੇ ਉਹਨਾਂ ਨੂੰ ਪਹਿਲਾਂ ਸ਼ਾਂਤ ਕਰੀਏ, ਗੁੱਸੇ ਵਾਲੀਆਂ ਸੋਚਾਂ ਨੂੰ ਪਹਿਲਾਂ ਸ਼ਾਂਤ ਕਰੀਏ ਤੇ ਆਪਾਂ ਪਰਮੇਸ਼ਵਰ ਦੇ ਅੱਗੇ ਆਈਏ, ਬੈਠੀਏ, ਕਹੀਏ ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਐ ਮੇਰੇ ਮਨ ਕੁਛ ਵੀ ਬਰਕਤਾਂ ਜਿਹੜੀਆਂ ਨੇ ਉਹ ਬੈਨੀਫਿਟਸ ਨੇ ਜਿਹੜੇ ਉਹ ਤੂੰ ਭੁੱਲ ਨਾ, ਐ ਮੇਰੇ ਮਨ ਜੋ ਵੀ ਤੂੰ ਪੁਰਾਣਾ ਕੀਤਾ ਜਿੱਦਣ ਤੂੰ ਪਰਮੇਸ਼ਵਰ ਦੇ ਵਿੱਚ ਆਇਆ ਸੀ ਉਹ ਆਪਣੇ ਆਪ ਨੂੰ ਯਾਦ ਕਰਾਈਏ। ਜਦੋਂ ਗੁੱਸੇ ਦੇ ਵਿੱਚ ਆ ਉਦੋਂ ਆਪਾਂ ਕੁਛ ਵੀ ਨਾ ਬੋਲੀਏ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਆਪਾਂ ਇੱਕ ਵਾਰੀ ਕਹਿ ਦਿੰਨੇ ਆ ਫਿਰ ਉਹ ਬੈਕ ਲੈਣੀਆਂ ਔਖੀਆਂ ਹੋ ਜਾਂਦੀਆਂ ਨੇ, ਸਗੋਂ ਅੱਗੇ ਦੀ ਅੱਗੇ ਗੱਲ ਵੱਧਦੀ ਜਾਂਦੀ ਆ, ਹੈ ਨਾ। ਤਾਂ ਕਰਕੇ ਜਿਹੜਾ ਦਾਊਦ ਵੀ ਸੀਗਾ ਉਹ ਪਰਮੇਸ਼ਵਰ ਦੇ ਅੱਗੇ ਰੋਜ਼ ਜਾਂਦਾ ਸੀ, ਗੋਡੀਆਂ ਲਾਉਂਦਾ ਸੀ, ਬੈਠਦਾ ਸੀ ਤੇ ਉਹ ਜਾਣਦਾ ਸੀਗਾ ਕਿ ਜਿਹੜੀ ਜ਼ੁਬਾਨ ਹੈਗੀ ਆ ਉਹ ਕਿੰਨੀ ਪਾਵਰਫੁਲ ਆ, ਉਹ ਕਿੰਨੀ ਸ਼ਕਤੀਸ਼ਾਲੀ ਆ। ਸਗੋਂ ਆਪਾਂ ਕਹੀਏ ਕਿ ਪਰਮੇਸ਼ਵਰ ਤੂੰ ਬਰਕਤ ਦੇ ਮੈਨੂੰ ਤੇ ਮੇਰੇ ਪਰਿਵਾਰ ਵਾਲਿਆਂ ਨੂੰ, ਤੇ ਆਪਣੀ ਜ਼ੁਬਾਨ ਦੇ ਨਾਲ ਵਡਿਆਈ ਕਰੀਏ ਪਰਮੇਸ਼ਵਰ ਦੀ। ਜਿਹੜੀ ਪਾਵਰ ਆਫ ਪ੍ਰੇਅਰ ਆ, ਪਾਵਰ ਆਫ ਪ੍ਰੇਜ਼ ਆ, ਉਹ ਇੰਨੀ ਤਾਕਤਵਰ ਆ ਕਿ ਆਪਾਂ ਨੂੰ ਪਤਾ ਹੈ ਜਦੋਂ ਦਾਊਦ ਪ੍ਰੇਜ਼ ਕਰਦਾ ਹੁੰਦਾ ਸੀ, ਵਰਸ਼ਿਪ ਕਰਦਾ ਹੁੰਦਾ ਸੀ, ਉਹ ਸਭ ਕੁਝ ਭੁੱਲ ਜਾਂਦਾ ਹੁੰਦਾ ਸੀ। ਉਹ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੱਗ ਜਾਂਦਾ ਸੀਗਾ। ਜਦੋਂ ਉਹ ਪ੍ਰੇਜ਼ ਕਰਦਾ ਸੀ, ਨੱਚਦਾ ਸੀ, ਗਾਉਂਦਾ ਸੀ, ਉਹਨੂੰ ਕਿਸੇ ਦੀ ਪਰਵਾਹ ਨਹੀਂ ਸੀ ਹੁੰਦੀ। ਆਪਾਂ ਵੀ ਆਪਣੇ ਆਪ ਨੂੰ ਇਦਾਂ ਹੀ ਤਿਆਰ ਕਰੀਏ ਪਰਮੇਸ਼ਵਰ ਦੀ ਹਜ਼ੂਰੀ ਦੇ ਲਈ ਕਿ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਾਂ ਨੂੰ ਕਿਸੇ ਦੀ ਪਰਵਾਹ ਨਾ ਹੋਵੇ ਤੇ ਆਪਾਂ ਆ ਤੇ ਪਰਮੇਸ਼ਵਰ ਆ, ਨੱਚੀਏ ਗਾਈਏ ਉਹਦੀ ਹਜ਼ੂਰੀ ਦੇ ਵਿੱਚ। ਆਮੇਨ। ਤਕਰੀਬਨ 200 ਤੋਂ ਵੀ ਵੱਧ ਕੇ ਜਿਹੜਾ ਭਜਨ ਹੈਗੇ ਨੇ, 200 ਤੋਂ ਵੀ ਵੱਧ ਕੇ ਵਾਰ ਉਹਦੇ ਵਿੱਚ ਪਰਮੇਸ਼ਵਰ ਦੇ ਲੋਕਾਂ ਨੂੰ ਇਨਕਰੇਜ ਕੀਤਾ ਗਿਆ ਆ ਕਿ ਉੱਚੀਆਂ ਆਵਾਜ਼ਾਂ ਦੇ ਵਿੱਚ ਪ੍ਰੇਜ਼ ਕਰੋ, ਪਰਮੇਸ਼ਵਰ ਦੀ ਵਡਿਆਈ ਬੋਲੋ, ਵਡਿਆਈ ਬੋਲੋ। 200 ਵੀ ਵੱਧ ਕੇ ਕੱਲੇ ਸਾਮ, ਕੱਲੇ ਭਜਨ ਦੇ ਵਿੱਚ ਹੀ, ਹੈ ਨਾ। ਤੇ ਇੰਨਾ ਲੋਕਾਂ ਨੂੰ, ਪਰਮੇਸ਼ਵਰ ਦੇ ਲੋਕਾਂ ਨੂੰ ਇਨਕਰੇਜ ਕੀਤਾ ਗਿਆ ਆ। ਤਾਂ ਕਰਕੇ ਆਪਾਂ ਜਿੰਨੇ ਜ਼ਿਆਦਾ ਇਨਕਰੇਜ ਹੋਵਾਂਗੇ, ਜਿੰਨੀ ਜ਼ਿਆਦਾ ਪ੍ਰੇਜ਼ ਤੇ ਵਰਸ਼ਿਪ ਪਰਮੇਸ਼ਵਰ ਦੀ ਕਰਾਂਗੇ, ਉਹਨਾਂ ਜ਼ਿਆਦਾ ਆਪਾਂ ਆਪਣੀ ਜਿਹੜੀ ਵਿਲ ਪਾਵਰ ਆ ਉਸ ਨੂੰ ਕੰਟਰੋਲ 'ਚ ਕਰ ਸਕਾਂਗੇ। ਤਾਂ ਕਰਕੇ ਜਿਹੜੀਆਂ ਬੁਰੀਆਂ ਆਪਣੀਆਂ ਆਦਤਾਂ ਨੇ ਉਹਨਾਂ ਤੋਂ ਆਪਾਂ ਦੂਰ ਹੁੰਦੇ ਜਾਈਏ ਤੇ ਆਪਾਂ ਹੋਰ ਪਰਮੇਸ਼ਵਰ ਦੇ ਨੇੜੇ ਆਉਂਦੇ ਜਾਈਏ। ਜ਼ਰੂਰੀ ਆ ਕਿ ਰੋਜ਼ ਦੀ ਰੋਜ਼ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੀਏ। ਤਾਂ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਮਤਲਬ ਵੀ ਆਪਾਂ ਨੂੰ ਟੇਮ ਕਰਨਾ ਪਊਗਾ। ਜਿੱਦਾਂ ਕਹਿ ਲਓ ਵੀ ਆਪਾਂ ਨੂੰ ਆਪਣਾ ਮਨ ਆ ਜਿਹੜਾ ਉਹ ਕਾਬੂ 'ਚ ਲਿਆਉਣਾ ਪਊ। ਜਿੱਦਾਂ ਘੋੜੇ, ਜਦੋਂ ਕੋਈ ਨਵਾਂ ਘੋੜਾ ਆਉਂਦਾ ਆ ਫਿਰ ਉਹ ਘੋੜੇ ਨੂੰ ਜਿਹੜਾ ਭਾਈ ਹੁੰਦਾ ਆ ਉਹ ਲਿਜਾਂਦਾ ਆ, ਉਹ ਡਿੱਗਦਾ ਆ, ਚੱਕਦਾ ਆ, ਜਿੱਦਾਂ ਵੀ ਕੁਝ ਕਰਕੇ ਫਿਰ ਐਂਡ ਦੇ ਵਿੱਚ ਉਹ ਜਿਹੜਾ ਘੋੜਾ ਆ ਉਹ ਕੰਟਰੋਲ 'ਚ ਆ ਜਾਂਦਾ ਆ, ਫਿਰ ਉਹ ਘੋੜਾ ਟੇਮ ਹੋ ਜਾਂਦਾ ਆ। ਉਦਾਂ ਹੀ ਆਪਾਂ ਨੂੰ ਵੀ ਆਪਣਾ ਮਨ ਵੀ ਜਿਹੜਾ ਹੈਗਾ ਵੀ ਉਹ ਵੀ ਜੰਗਲੀ ਘੋੜੇ ਵਾਂਗੂ ਆ, ਇੱਧਰ ਉੱਧਰ ਭੱਜਦਾ ਫਿਰਦਾ ਰਹਿੰਦਾ ਆ। ਤੇ ਉਹ ਜ਼ਰੂਰੀ ਆ ਕਿ ਆਪਾਂ ਆਪਣੇ ਜਿਹੜੇ ਮਨ ਨੂੰ ਉਦਾਂ ਟੇਮ ਕਰੀਏ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਕੇ, ਪਰਮੇਸ਼ਵਰ ਦੇ ਵਚਨ ਦੇ ਨਾਲ ਤੇ ਪਰਮੇਸ਼ਵਰ ਦੇ ਅੱਗੇ ਬੋਲ ਕੇ ਆਪਣੀਆਂ ਗਲਤੀਆਂ ਮੰਨਦੇ ਹੋਏ ਉਹਦੀ ਹਜ਼ੂਰੀ ਦੇ ਹੰਬਲ ਦਿਲ ਦੇ ਨਾਲ ਆਪਾਂ ਉਹਦੀ ਹਜ਼ੂਰੀ ਦੇ ਵਿੱਚ ਆਈਏ। ਆਮੇਨ, ਹਾਲੇਲੂਇਆ। ਜੇ ਆਪਣੇ ਵਿੱਚ ਪਰਮੇਸ਼ਵਰ ਦੀ ਸ਼ਕਤੀ ਵੱਧਦੀ ਰਹਿੰਦੀ ਆ ਤਾਂ ਆਪਾਂ ਜਿਹੜੇ ਪਰਮੇਸ਼ਵਰ ਜੀ ਦੀ ਜਿਹੜੀ ਆਪਣੀ ਵਿਲ ਪਾਵਰ ਆ ਉਹ ਪਰਮੇਸ਼ਵਰ ਦੀ ਵਿਲ ਪਾਵਰ ਬਣ ਜਾਂਦੀ ਆ। ਤਾਂ ਆਪਣੇ 'ਚ ਓਨੀ ਸ਼ਕਤੀ ਆ ਜਾਂਦੀ ਆ ਕਿ ਆਪਾਂ ਹਨੇਰੇ ਨੂੰ ਚਾਨਣ ਦੇ ਵਿੱਚ ਬਦਲ ਦਈਏ। ਆਮੇਨ। ਆਪਣੇ 'ਚ ਇੰਨੀ ਸ਼ਕਤੀ ਆ ਜਾਂਦੀ ਆ। ਪਰਮੇਸ਼ਵਰ ਨੇ ਆਪਾਂ ਨੂੰ ਕਿਹਾ ਆ ਕਿ ਮੈਂ ਤੁਹਾਨੂੰ ਤੁਹਾਡੀ ਇੱਛਾ ਦੇ ਅਨੁਸਾਰ ਬਰਕਤ ਦਊਂਗਾ, ਤੇ ਆਪਾਂ ਇੰਨੀ ਆਪਣੀ ਇੱਛਾ ਆਪਣੀ ਰੱਖ ਸਕਦੇ ਆ ਪਰਮੇਸ਼ਵਰ ਦੇ ਵਿੱਚ ਆ ਕੇ ਕਿ ਆਪਾਂ ਹੁਕਮ ਦਈਏ ਸ਼ੈਤਾਨ ਨੂੰ ਕਿ ਉਹਦੀਆਂ ਪਲਾਨਾਂ ਕੈਂਸਲ ਹੋ ਜਾਣ ਸਾਡੀ ਜ਼ਿੰਦਗੀ 'ਚ ਤੇ ਸਾਡੇ ਬੱਚਿਆਂ ਦੀ, ਪਰਿਵਾਰਾਂ ਦੀ ਜ਼ਿੰਦਗੀ ਦੇ ਵਿੱਚ, ਤੇ ਆਏ ਹੀ ਹੋ ਜਾਊਗਾ। ਆਮੇਨ। ਆਪਾਂ ਵਿਸ਼ਵਾਸ ਕਰਦੇ ਆ ਤੇ ਆਪਣੀਆਂ ਜਿਹੜੀਆਂ ਸੋਚਾਂ ਨੇ ਉਹਨਾਂ ਦਾ ਆਪਾਂ ਰੁਖ ਬਦਲ ਸਕਦੇ ਆ ਜਦੋਂ ਆਪਣੀ ਵਿਲ ਪਾਵਰ ਸਟਰੋਂਗ ਹੁੰਦੀ ਹੈ। ਆਮੇਨ। ਤੇ ਜਿਹੜੇ ਤੂਫਾਨ ਨੇ ਉਹਨਾਂ ਨੂੰ ਆਪਾਂ ਰੋਕ ਸਕਦੇ ਆ ਜਦੋਂ ਆਪਣੀ ਵਿਲ ਪਾਵਰ ਤਕੜੀ ਹੁੰਦੀ ਆ। ਤੇ ਇਹ ਬਹੁਤ ਹੀ ਜ਼ਰੂਰੀ ਹੈਗਾ ਆ ਕਿ ਆਪਾਂ ਆਪਣੀ ਵਿਲ ਪਾਵਰ ਨੂੰ ਕੰਟਰੋਲ 'ਚ ਰੱਖੀਏ। ਦਾਊਦ ਨੇ ਸਿੱਖ ਲਿਆ ਸੀ, ਉਹ ਆਪਣੀਆਂ ਸੋਚਾਂ ਦੇ ਨਾਲ ਬਾਰੀ-ਬਾਰੀ ਗੱਲ ਕਰਦਾ ਹੁੰਦਾ ਸੀ। ਉਹ ਕਹਿੰਦਾ ਹੁੰਦਾ ਸੀ ਵੀ ਮੇਰੀ ਸੋਚੋ, ਤੁਸੀਂ ਪਰਮੇਸ਼ਵਰ ਨੂੰ ਹੀ ਧੰਨ ਕਹੋ, ਵੀ ਤੁਸੀਂ ਐ ਮੇਰੇ ਮਨ ਤੂੰ ਪਰਮੇਸ਼ਵਰ ਨੂੰ ਹੀ ਧੰਨ ਕਹਿ, ਵੀ ਤੂੰ ਕਿਉਂ ਔਖਾ ਬੈਠਾ, ਤੂੰ ਕਿਉਂ ਦੁਖੀ ਬੈਠਾ, ਤਕੜਾ ਹੋ, ਵਿਸ਼ਵਾਸ ਰੱਖ ਪਰਮੇਸ਼ਵਰ ਦੇ ਵਿੱਚ। ਉਹ ਆਪਣੇ ਆਪ ਨਾਲ ਹੀ ਗੱਲ ਕਰਦਾ ਹੁੰਦਾ ਸੀਗਾ। ਤੇ ਜਦੋਂ ਤੁਹਾਨੂੰ ਵੀ
ਕੱਲਾਪਨ ਮਹਿਸੂਸ ਹੋਵੇ, ਆਪਣੀਆਂ ਸੋਚਾਂ ਦੀ ਲਗਾਮ ਫੜੋ ਤੇ ਲਗਾਮ ਫੜ ਕੇ ਉਹਨੂੰ ਉਧਰ ਨੂੰ ਲੈ ਕੇ ਜਾਓ ਜਿੱਧਰ ਨੂੰ ਪਰਮੇਸ਼ਵਰ ਜਾਂਦਾ। ਕਿੱਧਰ ਨੂੰ ਜਾਂਦਾ ਪਰਮੇਸ਼ਵਰ ਆਪਾਂ ਨੂੰ ਕੀ ਪਤਾ ਲੱਗੂਗਾ? ਵਚਨ ਦੇ ਵਿੱਚੋਂ ਦੀ ਆਪਾਂ ਨੂੰ ਪਤਾ ਲੱਗੂਗਾ। ਆਪਾਂ ਪਰਮੇਸ਼ਵਰ ਦਾ ਵਚਨ ਪੜ੍ਹਨਾ ਸ਼ੁਰੂ ਕਰੀਏ, ਰੋਜ਼ ਇਹ ਆਪਣੀ ਰੈਜ਼ੋਲੂਸ਼ਨ ਬਣਾਈਏ ਕਿ ਆਪਾਂ ਰੋਜ਼ ਵਚਨ ਪੜ੍ਹਨਾ ਆ। ਹਾਂ, ਕਈ ਵਾਰੀ ਮਤਲਬ ਵੀ ਆਪਾਂ ਸੋਚਦੇ ਹਾਂ ਵੀ ਨਹੀਂ ਇਹ ਨਹੀਂ ਹੋਣਾ ਜਿੱਦਾਂ ਆਪਾਂ ਸ਼ੁਰੂ 'ਚ ਕਹਿ ਰਹੇ ਸੀ, ਪਰ ਇਫ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ। ਇਹ ਚੀਜ਼ ਆਪਾਂ ਯਾਦ ਰੱਖੀਏ। ਜੇ ਆਪਾਂ ਚਾਹੁੰਦੇ ਆ ਨਾ ਕੁਝ ਕਰਨਾ ਤਾਂ ਆਪਾਂ ਕਰ ਲਾਂਗੇ, ਬਾਕੀ ਸਭ ਬਹਾਨੇ ਨੇ, ਹੈ ਨਾ। ਤੇ ਵੀ ਨਹੀਂ ਹੋਣਾ ਨੋ। ਜੇ ਆਪਾਂ ਚਾਹੁੰਦੇ ਆ, ਜੇ ਇਹੋ ਜੀ ਕੋਈ ਚੀਜ਼ ਜਿਹੜੀ ਆਪਣੀ ਇੱਛਾ ਆ, ਸਰੀਰਿਕ ਇੱਛਾ ਦੇ ਮੁਤਾਬਿਕ ਆਪਾਂ ਕਰਨੀ ਚਾਹੁੰਦੇ ਆ, ਭਾਵੇਂ ਇੱਧਰਲੀ ਉੱਧਰ ਹੋ ਜਾਵੇ, ਆਪਾਂ ਕਰਦੇ ਹੀ ਆ, ਕਰ ਹੀ ਲੈਂਦੇ ਆ। ਤਾਂ ਕਰਕੇ ਵੀ ਜ਼ਰੂਰੀ ਆ ਕਿ ਆਪਣੇ ਮਨ ਨੂੰ ਆਪਾਂ ਪਰਮੇਸ਼ਵਰ ਦੀਆਂ ਚੀਜ਼ਾਂ ਦੇ ਵਿੱਚ ਤਕੜਾ ਕਰੀਏ, ਤਾਂ ਕਰਕੇ ਜੋ ਵੀ ਕੁਝ ਆਪਾਂ ਕਰਨਾ ਚਾਹੁੰਦੇ ਆ, ਜੋ ਪਰਮੇਸ਼ਵਰ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੁੰਦਾ ਆ, ਉਹ ਕਰ ਸਕੇ। ਕਿਉਂਕਿ ਪਰਮੇਸ਼ਵਰ ਦਾ ਇੱਕ ਪਲਾਨ ਆ, ਪਰਪਸ ਆ, ਪਰਮੇਸ਼ਵਰ ਦੀ ਇੱਕ ਕਾਲਿੰਗ ਆ ਆਪਣੇ ਉੱਤੇ, ਆਪਣੀ ਜ਼ਿੰਦਗੀ ਦੇ ਉੱਤੇ। ਪਰਮੇਸ਼ਵਰ ਦੇ ਚੁਣੇ ਹੋਏ ਲੋਕ ਆ ਆਪਾਂ। ਪਰਮੇਸ਼ਵਰ ਨੇ ਆਪਾਂ ਤੋਂ ਕੰਮ ਲੈ ਰਿਹਾ ਆ, ਆਪਾਂ ਚਾਹੁੰਦੇ ਆ ਪਰਮੇਸ਼ਵਰ ਦੇ ਕੰਮ ਕਰਨੇ, ਪਰ ਸ਼ੈਤਾਨ ਆ ਜਿਹੜਾ ਉਹ ਆਪਣੇ ਵਿੱਚ ਇਦਾਂ ਦੀਆਂ ਸੋਚਾਂ ਪਾ ਦਿੰਦਾ। ਆਪਾਂ ਕਹਿੰਦੇ ਆਪਾਂ ਤਾਂ ਕੁਝ ਨਹੀਂ ਕਰ ਸਕਦੇ, ਆਪਾਂ ਤਾਂ ਬੈਠੇ ਆ, ਚੱਲ ਕੋਈ ਨਹੀਂ ਨਾ। ਆਪਾਂ ਉਹ ਸਾਰੇ ਕੁਝ ਤੋਂ ਲੜਨਾ ਆ, ਲੜ ਕੇ ਆਪਾਂ ਅੱਗੇ ਨਿਕਲਣਾ ਆ, ਤਾਂ ਕਿ ਜਿਹੜਾ ਪਰਮੇਸ਼ਵਰ ਦਾ ਪਰਪਸ ਆ, ਉਹਦਾ ਪਰਮੇਸ਼ਵਰ ਦਾ ਜਿਹੜਾ ਪਲਾਨ ਆ ਆਪਣੀ ਜ਼ਿੰਦਗੀ ਦੇ ਵਿੱਚ, ਉਹ ਪੂਰਾ ਹੋ ਸਕੇ। ਆਮੇਨ। ਤਾਂ ਕਰਕੇ ਜ਼ਰੂਰਤ ਆ ਕਿ ਆਪਾਂ ਸਾਰੇ ਤਕੜੇ ਹੋ ਜਾਈਏ। ਪਰਮੇਸ਼ਵਰ ਦੇ ਹੋਰ ਬਹੁਤ ਕੰਮ ਅੱਗੇ ਜਿਹੜੇ ਕਰਨ ਵਾਲੇ ਪਏ ਨੇ, ਤੇ ਪਰਮੇਸ਼ਵਰ ਕਹਿੰਦਾ ਆ ਵੀ ਤਿਆਰ ਪਈ ਆ ਇਸ ਵੇਲੇ ਫਸਲ, ਹੈ ਨਾ। ਕੱਟਣ ਵਾਲੇ ਚਾਹੀਦੇ ਨੇ, ਵਾਢੀ ਚਾਹੀਦੇ ਨੇ, ਤੇ ਆਪਾਂ ਆਪਣੇ ਆਪ ਨੂੰ ਤਿਆਰ ਕਰੀਏ। ਇਹਨਾਂ ਦਿਨਾਂ ਦੇ ਵਿੱਚ ਆਪਾਂ ਘਰਾਂ ਦੇ ਵਿੱਚ ਬੈਠੇ ਆ, ਵਚਨ ਹੋਰ ਪੜ੍ਹੀਏ, ਦੁਆ ਦੇ ਵਿੱਚ ਹੋਰ ਬੈਠੀਏ। ਹਾਂ ਵੀ ਬਹੁਤ ਵਾਰੀ ਕੰਮ ਤੇ ਵੀ ਨਹੀਂ ਜਾ ਰਹੇ, ਕਿਸੇ ਲੋਕਾਂ ਦੇ ਘਰੇ ਵੀ ਨਹੀਂ ਜਾ ਰਹੇ, ਆਪਣੇ ਕੋਲ ਟਾਈਮ ਬਹੁਤ ਆ। ਬਹੁਤ ਲੋਕ ਨੇ ਜਿਹੜੇ ਉਹ ਟੀਵੀ ਦੇਖ ਰਹੇ, ਸੀਰੀਅਲ ਦੇਖ ਕੇ ਉਹਦੇ 'ਚ ਆਪਣਾ ਟਾਈਮ, ਉਹ ਵੀ ਤਾਂ ਵਿਲ ਹੀ ਆ। ਉਹ ਤੁਹਾਨੂੰ ਆਪਣੀ ਵਿਲ ਪਾਵਰ ਆ ਜਿਹੜੀ ਯੂਜ਼ ਕਰਨੀ ਪਏਗੀ ਤੇ ਕਹਿਣਾ ਪਏਗਾ ਦੈਟਸ ਇਟ, ਮੈਂ ਉਹ ਪ੍ਰੋਗਰਾਮ ਨਹੀਂ ਦੇਖਣਾ, ਮੈਂ ਆ ਨਹੀਂ ਦੇਖਣਾ, ਮੈਂ ਟੀਵੀ ਨਹੀਂ ਦੇਖਣੀ, ਉਹਦੀ ਥਾਂ ਤੇ ਮੈਂ ਜਾ ਕੇ ਪ੍ਰੇਅਰ ਕਰਨੀ ਆ। ਇਹ ਤੁਹਾਡੀ ਵਿਲ ਪਾਵਰ ਆ। ਜੇ ਤੁਸੀਂ ਚਾਹੋ ਤਾਂ ਤੁਸੀਂ ਇਹ ਕਰ ਸਕਦੇ ਹੋ। ਆਮੇਨ। ਆਪਾਂ ਵਿਸ਼ਵਾਸ ਕਰਦੇ ਆ ਕਿ ਜਿਹੜਾ ਅੱਜ ਦਾ ਵਚਨ ਆ, ਜੋ ਪਰਮੇਸ਼ਵਰ ਦਾ ਵਚਨ 103 ਦੀ ਪਹਿਲੀ ਆਇਤ ਹੈਗੀ, ਇੱਕ ਵਾਰੀ ਪ੍ਰੇਜ਼ ਦਾ ਲੋਰਡ ਮਾਈ ਸੋਲ, all my inmost being praise his holy name। ਐ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ। ਆਮੇਨ। ਆਪਣੇ ਆਪ ਦੇ ਨਾਲ ਗੱਲ ਕਰਨੀ ਸ਼ੁਰੂ ਕਰੀਏ, ਨੈਗੇਟਿਵ ਸੋਚਾਂ ਨੂੰ ਕੈਂਸਲ ਕਰਨਾ ਸ਼ੁਰੂ ਕਰੀਏ, ਤਾਂ ਕਰਕੇ ਪਰਮੇਸ਼ਵਰ ਦਾ ਪਰਪਸ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਉਤਰ ਸਕੇ। ਆਮੇਨ। ਹਾਲੇਲੂਇਆ। ਇਸ ਦੇ ਨਾਲ ਹੀ ਦੁਆ ਦੇ ਨਾਲ ਆਪਣਾ ਅੱਜ ਦਾ ਵਚਨ ਇੱਥੇ ਹੀ ਖਤਮ ਕਰਦੇ ਹੈਗੇ ਆ। ਹਾਲੇਲੂਇਆ। ਪਿਤਾ ਪਰਮੇਸ਼ਵਰ, ਇੱਕ ਵਾਰੀ ਫੇਰ ਅਸੀਂ ਤੇਰਾ ਹੀ ਧੰਨਵਾਦ ਕਰਦੇ ਆ। ਪਿਤਾ ਪਰਮੇਸ਼ਵਰ, ਤੇਰੀ ਹਜ਼ੂਰੀ ਦਾ ਧੰਨਵਾਦ ਕਰਦੇ ਆ, ਤੇਰੇ ਵਚਨ ਦਾ ਧੰਨਵਾਦ ਕਰਦੇ ਆ। ਪਿਤਾ ਪਰਮੇਸ਼ਵਰ, ਤੇਰਾ ਵਚਨ ਸੱਚਾ ਵਚਨ ਆ। ਪਿਤਾ ਪਰਮੇਸ਼ਵਰ, ਅਸੀਂ ਤੇਰੇ ਵਚਨ ਤੋਂ ਸਿੱਖਦੇ ਆ ਕਿ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਬਤੀਤ ਕਰਨੀ ਆ, ਅਸੀਂ ਕਿੱਦਾਂ ਤੁਰਨਾ ਆ, ਕਿੱਧਰ ਨੂੰ ਜਾਣਾ ਆ, ਅਸੀਂ ਤੇਰੇ ਵਚਨ ਤੋਂ ਸਿੱਖਦੇ ਆ। ਪਿਤਾ ਪਰਮੇਸ਼ਵਰ, ਇੱਕ ਵਾਰੀ ਫੇਰ ਦਾਊਦ ਦੇ ਵਾਂਗੂ ਅਸੀਂ ਚਾਹੁੰਦੇ ਆ ਕਿ ਤੂੰ ਸਾਨੂੰ ਤਾਕਤ ਦੇ। ਪਿਤਾ ਪਰਮੇਸ਼ਵਰ, ਕਿ ਜਿਹੜੀ ਸਾਡੀ ਇੱਛਾ ਆ ਉਹਨੂੰ ਅਸੀਂ ਕਾਬੂ 'ਚ ਕਰ ਸਕੀਏ, ਤਾਂ ਕਰਕੇ ਸਾਡੀ ਇੱਛਾ ਜਿਹੜੀ ਹੈਗੀ ਆ ਉਹ ਅਸੀਂ ਤੇਰੇ ਕੰਮਾਂ ਦੇ ਵਿੱਚ ਲਾ ਸਕੀਏ। ਸਾਨੂੰ ਤਕੜੇ ਕਰ ਪਿਤਾ ਪਰਮੇਸ਼ਰ। ਉਹ ਸਭ ਨੈਗੇਟਿਵ ਸੋਚਾਂ, ਗਲਤ ਸੋਚਾਂ, ਬੁਰੀਆਂ ਸੋਚਾਂ ਜੋ ਸਾਨੂੰ ਗੁੰਮਰਾਹ ਕਰਦੀਆਂ ਨੇ, ਅਸੀਂ ਇਸ ਵੇਲੇ ਉਹਨਾਂ ਨੂੰ ਕੈਂਸਲ ਕਰਦੇ ਆ ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ, ਤੇ ਅਸੀਂ ਫਤਿਹ ਪਾਉਂਦੇ ਆ ਤੇਰੇ ਨਾਂ ਦੇ ਵਿੱਚ ਪਿਤਾ ਪਰਮੇਸ਼ਰ। ਤੇ ਅਸੀਂ ਵਿਸ਼ਵਾਸ ਕਰਦੇ ਆ ਪਿਤਾ ਪਰਮੇਸ਼ਰ, ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਨਵਾਂ ਸਕੇਜੂਲ ਬਣਾਵਾਂਗੇ, ਨਵਾਂ ਰੈਜ਼ੋਲੂਸ਼ਨ ਬਣਾਵਾਂਗੇ, ਤਿਆਰ ਕਰਾਂਗੇ ਸਾਡੀ ਰੂਹਾਨੀ ਜ਼ਿੰਦਗੀ ਦੇ ਲਈ, ਤਾਂ ਕਰਕੇ ਆਉਣ ਵਾਲੇ ਦਿਨ ਤੇ ਮਹੀਨੇ ਜਿਹੜੇ ਹੈਗੇ ਨੇ ਪਿਤਾ ਪਰਮੇਸ਼ਰ, ਉਹ ਭਰਪੂਰੀ ਦੇ ਵਿੱਚ ਅਸੀਂ ਤੇਰੇ ਵਿੱਚ ਕੰਮ ਕਰ ਸਕੀਏ, ਤੇਰੇ ਰਾਹ ਦੇ ਵਿੱਚ ਚੱਲ ਸਕੀਏ। ਤੇ ਤੇਰਾ ਹੀ ਧੰਨਵਾਦ ਕਰਦੇ ਆ। ਤੇ ਹਰ ਉਹ ਭੈਣ ਭਰਾ ਜੋ ਸਾਡੇ ਅੱਗੇ ਆਉਂਦਾ ਆ, ਅਸੀਂ ਉਹਨੂੰ ਬਰਕਤ ਦੇ ਸਕੀਏ, ਬਰਕਤ ਬੋਲ ਸਕੀਏ। ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ ਮੰਗਦੇ ਆ। ਆਮੀਨ, ਆਮੀਨ, ਆਮੀਨ। ਹਾਲੇਲੂਇਆ। ਥੈਂਕ ਯੂ। ਪਰਮੇਸ਼ਰ ਤੁਹਾਨੂੰ ਬਹੁਤ ਬਹੁਤ ਬਰਕਤ ਦੇਵੇ। ਜੈ ਮਸੀਹ ਦੀ।